ਸਟਾਰਟ। ਪਿਛਲੇ ਕੁਝ ਸਮੇਂ ਤੋਂ ਯੂਕਰੇਨ ਅਤੇ ਰੂਸ ਦਰਮਿਆਨ ਵਿਵਾਦ ਦੇ ਕਾਰਨ ਇੱਕ ਹੋਰ ਵਿਸ਼ਵ ਜੰਗ ਦਾ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਸੀ, ਜੋ ਨਵੇਂ ਘਟਨਾਕ੍ਰਮ ਦੇ ਦਰਮਿਆਨ ਫਿਲਹਾਲ ਕੁਝ ਟਲਦਾ ਨਜ਼ਰ ਆਉਣ ਲੱਗਾ ਹੈ। ਡੰਡੀ ਕਿਸੇ ਸਮੇਂ ਅਣਵੰਡੇ ਸੋਵੀਅਤ ਸੰਘ ਦਾ ਹਿੱਸਾ ਰਹੇ ਯੂਕਰੇਨ ਦੇ 2019 'ਚ ਪਹਿਲੀ ਵਾਰ ਰਾਸ਼ਟਰਪਤੀ ਬਣੇ ਵਲੋਦੋਮੀਰ ਜ਼ੈਲੈਂਸਕੀ, ਜੋ ਇੱਕ ਸਿਆਸਤਦਾਨ ਹੋਣ ਦੇ ਇਲਾਵਾ ਇੱਕ ਵਕੀਲ ਅਤੇ ਹਾਸ-ਰਸ ਅਭਿਨੇਤਾ ਵੀ ਰਹੇ ਹਨ, ਨੇ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਅਤੇ ਨਾ ਹੀ ਇਹ ਸੋਚਣ ਦੀ ਲੋੜ ਹੈ ਕਿ ਜੰਗ ਹੋਣ ਜਾ ਰਹੀ ਹੈ। ਡੰਡੀ ਸਰਹੱਦ 'ਤੇ ਸਾਡੀਆਂ ਫੌਜਾਂ ਮੌਜੂਦ ਹਨ। ਡੰਡੀ ਇਸੇ ਦਰਮਿਆਨ 4-5 ਦੇਸ਼ਾਂ ਦੇ ਨੇਤਾਵਾਂ ਨੇ ਯੂਕਰੇਨ ਅਤੇ ਰੂਸ ਦੇ ਵਿਵਾਦ ਦੇ ਮਾਮਲੇ 'ਚ ਕੂਟਨੀਤਕ ਹੱਲ ਦੇ ਪੱਖ 'ਚ ਆਵਾਜ਼ ਚੁੱਕੀ ਹੈ। ਡੰਡੀ ਜਰਮਨੀ ਤੇ ਯੂਕਰੇਨ ਸਮੱਸਿਆ ਦੇ ਕੂਟਨੀਤਕ ਹੱਲ 'ਤੇ ਜ਼ੋਰ ਦਿੰਦੇ ਹੋਏ ਯੂਕਰੇਨ ਦਾ ਸਮਰਥਨ ਕਰਨ ਦੇ ਬਾਵਜੂਦ ਸੰਭਾਵਿਤ ਜੰਗ ਦੀ ਸਥਿਤੀ 'ਚ ਰੂਸ ਨਾਲ ਲੜਨ ਦੇ ਲਈ ਫੌਜ ਨਾ ਭੇਜਣ ਦਾ ਫੈਸਲਾ ਕੀਤਾ ਹੈ, ਕਿਉਂਕਿ ਬਰਲਿਨ ਦੇ ਪੂਰਬ 'ਚ ਬਹੁਤ ਵੱਡਾ ਦਲਦਲੀ ਇਲਾਕਾ ਹੋਣ ਦੇ ਕਾਰਨ ਫੌਜੀਆਂ ਦੀ ਜਾਨ ਨੂੰ ਭਾਰੀ ਖਤਰਾ ਹੈ। ਡੰਡੀ ਉੱਥੇ 1945 'ਚ ਰੂਸ 'ਤੇ ਹਮਲੇ ਦੇ ਦੌਰਾਨ ਜਰਮਨੀ ਦੇ 30,000 ਫੌਜੀ ਮਾਰੇ ਗਏ ਸਨ। ਡੰਡੀ ਇਸੇ ਤਰ੍ਹਾਂ ਯੂਕਰੇਨ ਦਾ ਦੂਸਰਾ ਮਿੱਤਰ ਦੇਸ਼ ਫਰਾਂਸ ਵੀ ਕਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ 'ਚ ਫਸਿਆ ਹੋਣ ਅਤੇ ਕੁਝ ਹੀ ਸਮੇਂ ਬਾਅਦ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਜੰਗ 'ਚ ਉਲਝਣ ਦੇ ਪੱਖ 'ਚ ਨਹੀਂ ਹੈ। ਡੰਡੀ ਹੰਗਰੀ ਅਤੇ ਇਟਲੀ ਵੀ ਰੂਸ ਕੋਲੋਂ ਹਥਿਆਰ ਲੈਣ ਦੇ ਕਾਰਨ ਚੁੱਪ ਹਨ। ਡੰਡੀ ਭਰਾ ਜਿੱਥੋਂ ਤੱਕ ਕਮਿਊਨਿਸਟ ਚੀਨ ਦਾ ਸੰਬੰਧ ਹੈ, ਸ਼ੁਰੂ ਤੋਂ ਹੀ ਤਾਨਾਸ਼ਾਹੀਵਾਦੀ ਦੇਸ਼ਾਂ ਦਾ ਸਮਰਥਕ ਹੋਣ ਅਤੇ ਸਮਾਜਵਾਦੀ ਵਿਚਾਰਧਾਰਾ ਦਾ ਪੋਸ਼ਕ ਹੋਣ ਦੇ ਨਾਤੇ, ਹਾਲਾਂਕਿ ਉਹ ਰੂਸ ਦਾ ਪੱਖੀ ਹੈ, ਪਰ ਇਸ ਦੇ ਬਾਵਜੂਦ ਉਹ ਵੀ ਯੂਕਰੇਨ ਦੇ ਮਾਮਲੇ 'ਚ ਰੂਸ ਦਾ ਸਾਥ ਦੇਣ ਦੇ ਪੱਖ 'ਚ ਨਹੀਂ। ਡੰਡੀ ਚੀਨ ਦੀ ਇਸ ਧਾਰਨਾ ਦੇ ਪਿੱਛੇ ਉਸ ਦਾ ਇਹ ਡਰ ਹੈ ਕਿ ਯੂਕਰੇਨ ਦੇ ਨਾਲ ਜੰਗ 'ਚ ਰੂਸ ਦੀ ਜਿੱਤ ਦੀ ਸਥਿਤੀ 'ਚ ਉਹ ਇੱਕ ਵਿਸ਼ਵ ਸ਼ਕਤੀ ਦੇ ਰੂਪ 'ਚ ਜੇਕਰ ਚੀਨ ਤੋਂ ਅੱਗੇ ਨਹੀਂ ਤਾਂ ਘੱਟੋ ਘੱਟ ਉਸ ਦੇ ਬਰਾਬਰ ਜ਼ਰੂਰ ਆ ਜਾਵੇਗਾ ਅਤੇ ਇਸ ਤਰ੍ਹਾਂ ਚੀਨ ਦਾ ਇੱਕ ਮੁਕਾਬਲੇਬਾਜ਼ ਪੈਦਾ ਹੋ ਜਾਵੇਗਾ ਅਤੇ ਉਹ ਕਦੀ ਵੀ ਰੂਸ ਨੂੰ ਇਹ ਦਰਜਾ ਨਹੀਂ ਦੇਣਾ ਚਾਹੇਗਾ। ਡੰਡੀ ਕਿਉਂਕਿ ਯੂਰਪੀਅਨ ਸੰਘ ਆਰਥਿਕ ਤੌਰ 'ਤੇ ਕਾਫੀ ਕਮਜ਼ੋਰ ਹੈ, ਇਸ ਲਈ ਉਹ ਕੋਈ ਸਖਤ ਰੂਪ ਨਹੀਂ ਲੈ ਸਕਦਾ ਅਤੇ ਨਾਟੋ ਦੇਸ਼ ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ ਕਹੇ ਅਨੁਸਾਰ ਹੀ ਚੱਲਦੇ ਹਨ। ਡੰਡੀ ਅਮਰੀਕਾ ਯੂਕਰੇਨ ਨੂੰ ਫੌਜੀ ਸਹਾਇਤਾ ਤਾਂ ਦੇ ਰਿਹਾ ਹੈ, ਪਰ ਇਹ ਕਾਫੀ ਨਹੀਂ ਹੈ। ਡੰਡੀ ਜਿਸ ਤਰ੍ਹਾਂ ਉਸਨੇ ਅਫਗਾਨਿਸਤਾਨ 'ਚੋਂ
ਆਪਣੇ ਫੌਜੀ ਵਾਪਸ ਸੱਦੇ ਸਨ। ਯੂਕਰੇਨ ਨੂੰ ਭਰੋਸਾ ਨਹੀਂ ਕਿ ਅਮਰੀਕਾ ਕਦੋਂ ਤੱਕ ਉਸ ਦਾ ਸਾਥ ਦੇਵੇਗਾ। ਡੰਡੀ ਪੈਗਾਸਸ ਦੇ ਜਾਸੂਸੀ ਯੰਤਰ ਨੂੰ ਲੈ ਕੇ ਭਾਰਤ ਸਰਕਾਰ ਫਿਰ ਦਲਦਲ 'ਚ ਫਸ ਗਈ ਹੈ। ਡੰਡੀ ਸਾਰੀਆਂ ਵਿਰੋਧੀ ਧਿਰਾਂ ਨੇ ਉਸ ਨੂੰ ਲਤਾੜਨ ਲਈ ਕਮਰ ਕੱਸ ਲਈ ਹੈ। ਡੰਡੀ ਸਰਕਾਰ ਨੂੰ ਨੀਂਦ ਨਹੀਂ ਆ ਰਹੀ ਹੋਵੇਗੀ ਕਿ ਸੰਸਦ ਦੇ ਇਸ ਸੈਸ਼ਨ 'ਚ ਉਹ ਬਜਟ ਪੇਸ਼ ਕਰੇਗੀ ਜਾਂ ਇਸ ਇਜ਼ਰਾਈਲੀ ਜਾਸੂਸੀ ਯੰਤਰ ਦੀ ਮਾਰ ਤੋਂ ਖੁਦ ਨੂੰ ਬਚਾਏਗੀ। ਡੰਡੀ ਨਿਊਯਾਰਕ ਟਾਈਮਜ਼ ਨੇ ਜਿਉਂ ਹੀ ਇਹ ਖਬਰ ਉਛਾਲੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2017 'ਚ ਆਪਣੀ ਇਜ਼ਰਾਈਲ ਯਾਤਰਾ ਦੌਰਾਨ ਜਦੋਂ ਉਸ ਨਾਲ $2 ਅਰਬ ਦੇ ਹਥਿਆਰਾਂ ਦਾ ਸੌਦਾ ਕੀਤਾ ਸੀ, ਉਦੋਂ 500 ਕਰੋੜ ਰੁਪਏ ਦਾ ਇਹ ਜਾਸੂਸੀ ਯੰਤਰ ਖਰੀਦਿਆ ਸੀ। ਡੰਡੀ ਫਿਰ ਕੀ ਸੀ? ਭਾਰਤ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਭਟਕ ਗਈਆਂ। ਡੰਡੀ ਉਹਨਾਂ ਨੇ ਸਰਕਾਰ 'ਤੇ ਹਮਲੇ ਸ਼ੁਰੂ ਕਰ ਦਿੱਤੇ। ਡੰਡੀ ਉਹਨਾਂ ਨੂੰ ਇਹ ਵੀ ਧਿਆਨ ਨਹੀਂ ਰਿਹਾ ਕਿ ਸੁਪਰੀਮ ਕੋਰਟ ਨੇ ਇਸ ਸਾਰੇ ਮਾਮਲੇ 'ਤੇ ਪਹਿਲਾਂ ਤੋਂ ਜਾਂਚ ਬਿਠਾਈ ਹੋਈ ਹੈ। ਡੰਡੀ ਜਦੋਂ ਇਹ ਮਾਮਲਾ ਸੰਸਦ ਦੇ ਪਿਛਲੇ ਸੈਸ਼ਨ 'ਚ ਉੱਠਿਆ ਸੀ ਤਾਂ ਇੰਨਾ ਹੰਗਾਮਾ ਹੋਇਆ ਕਿ ਸੰਸਦ ਹੀ ਠੱਪ ਹੋ ਗਈ ਸੀ। ਡੰਡੀ ਸਰਕਾਰ ਦੀ ਹਾਲਤ ਇੰਨੀ ਪਤਲੀ ਹੋ ਗਈ ਸੀ ਕਿ ਉਸ ਦੀ ਘਿੱਗੀ ਵੱਜ ਗਈ। ਡੰਡੀ ਉਹ ਨਾ ਤਾਂ ਸੰਸਦ ਨੂੰ ਅਤੇ ਨਾ ਹੀ ਅਦਾਲਤ ਨੂੰ ਇਹ ਸਾਫ਼ ਦੱਸ ਸਕੀ ਕਿ ਉਸ ਨੇ ਇਜ਼ਰਾਈਲ ਤੋਂ ਇਹ ਜਾਸੂਸੀ ਯੰਤਰ ਖਰੀਦਿਆ ਸੀ ਜਾਂ ਨਹੀਂ ਅਤੇ ਇਸ ਯੰਤਰ ਨਾਲ ਉਸ ਨੂੰ ਵਿਰੋਧੀ ਨੇਤਾਵਾਂ, ਪੂੰਜੀਪਤੀਆਂ, ਪੱਤਰਕਾਰਾਂ ਅਤੇ ਮਹੱਤਵਪੂਰਨ ਨਾਗਰਿਕਾਂ ਦੀ ਜਾਸੂਸੀ ਕੀਤੀ ਸੀ ਜਾਂ ਨਹੀਂ। ਡੰਡੀ ਬਸ ਉਹ ਇਹੀ ਕਹਿੰਦੀ ਰਹੀ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ਡੰਡੀ ਉਹ ਸਾਰੇ ਤੱਥ ਜਨਤਕ ਨਹੀਂ ਕਰ ਸਕਦੀ। ਡੰਡੀ ਅਦਾਲਤ ਇਜਾਜ਼ਤ ਦੇਵੇ ਤਾਂ ਉਹ ਖੁਦ ਜਾਂਚ ਬਿਠਾ ਸਕਦੀ ਹੈ। ਡੰਡੀ ਪੈਰਾ ਅਦਾਲਤ ਨੇ ਸਰਕਾਰ ਦੀ ਰਾਏ ਨੂੰ ਰੱਦ ਕਰ ਦਿੱਤਾ ਅਤੇ ਇੱਕ ਸੇਵਾ ਮੁਕਤ ਜੱਜ ਦੀ ਪ੍ਰਧਾਨਗੀ 'ਚ ਆਪਣੀ ਜਾਂਚ ਬਿਠਾ ਦਿੱਤੀ। ਡੰਡੀ ਅਦਾਲਤ ਵਿਰੋਧੀਆਂ ਅਤੇ ਕਈ ਸਿਆਣੇ ਪੱਤਰਕਾਰਾਂ ਦਾ ਮੰਨਣਾ ਸੀ ਕਿ ਰਾਸ਼ਟਰੀ ਸੁਰੱਖਿਆ ਦੀ ਆੜ 'ਚ ਕੋਈ ਵੀ ਸਰਕਾਰ ਨਾਗਰਿਕਾਂ ਦੀ ਨਿੱਜੀ ਆਜ਼ਾਦੀ ਦਾ ਘਾਣ ਨਹੀਂ ਕਰ ਸਕਦੀ। ਡੰਡੀ ਜੇਕਰ ਸਰਕਾਰ ਅੱਤਵਾਦੀਆਂ, ਸਮਗਲਰਾਂ, ਠੱਗਾਂ, ਹਿੰਸਕਾਂ, ਅਪਰਾਧੀਆਂ, ਦੇਸ਼ ਧਰੋਹੀਆਂ ਦੇ ਵਿਰੁੱਧ ਜਾਸੂਸੀ ਕਰੇ ਤਾਂ ਉਹ ਹਰ ਪੱਖੋਂ ਸਹੀ ਹੈ, ਪਰ ਜੇਕਰ ਅਜਿਹਾ ਹੀ ਹੈ ਤਾਂ ਉਸ ਨੂੰ ਹਕਲਾਉਣ, ਲੜਖੜਾਉਣ ਅਤੇ ਘਬਰਾਉਣ ਦੀ ਲੋੜ ਕੀ ਹੈ? ਪ੍ਰਸ਼ਨ ਚਿੰਨ੍ਹ ਪੈਰਾ ਸਰਕਾਰ ਦੀ ਇਸ ਘਬਰਾਹਟ ਨੂੰ ਨਿਊਯਾਰਕ ਟਾਈਮਜ਼ ਨੇ ਹੁਣ ਵੱਡੀ ਸਿਰਦਰਦੀ 'ਚ ਬਦਲ ਦਿੱਤਾ ਹੈ। ਡੰਡੀ ਜੇਕਰ ਰਾਹੁਲ ਗਾਂਧੀ ਦਾ ਇਹ ਦੋਸ਼ ਕਿ ਸਰਕਾਰ ਨੇ ਦੇਸ਼ ਧਰੋਹ ਕੀਤਾ ਹੈ ਬਚਕਾਨਾ ਹੈ, ਤਾਂ ਵੀ ਸੰਸਦ 'ਚ ਵਿਰੋਧੀ ਧਿਰ ਦੇ ਸਾਰੇ ਹਮਲੇ ਦਾ ਸ਼ਿਕਾਰ ਪ੍ਰਧਾਨ ਮੰਤਰੀ ਦੀ ਕੁਰਸੀ ਹੀ ਹੋਵੇਗੀ। ਡੰਡੀ ਪ੍ਰਧਾਨ ਮੰਤਰੀ ਦੀ ਜਾਣਕਾਰੀ ਦੇ ਬਿਨਾਂ ਕਿਸੇ ਮੰਤਰੀ ਜਾਂ ਅਫਸਰ ਦੀ
ਹਿੰਮਤ ਨਹੀਂ ਕਿ ਉਹ ਦੇਸ਼ ਦੇ ਨਾਗਰਿਕਾਂ 'ਤੇ ਇਸ ਤਰ੍ਹਾਂ ਦੀ ਜਸੂਸੀ ਕਰ ਸਕੇ। ਡੰਡੀ ਖੁਦ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਭਾਵੇਂ ਉਹਨਾਂ ਸਾਰੇ ਵਿਅਕਤੀਆਂ ਦਾ ਨਾਂ ਉਜਾਗਰ ਨਾ ਕਰਨ, ਪਰ ਸੰਸਦ 'ਚ ਦੱਸਣ ਕਿ ਕਿਸ ਤਰ੍ਹਾਂ ਦੇ ਲੋਕਾਂ ਦੇ ਵਿਰੁੱਧ ਪੈਗਾਸਸ ਯੰਤਰ ਦੀ ਵਰਤੋਂ ਹੁੰਦੀ ਰਹੀ ਹੈ ਅਤੇ ਜੇਕਰ ਗਲਤੀ ਨਾਲ ਜਾਂ ਜਾਣ ਬੁੱਝ ਕੇ ਨਿਰਦੋਸ਼ ਵਿਰੋਧੀਆਂ, ਪੱਤਰਕਾਰਾਂ ਅਤੇ ਉਦਯੋਗਪਤੀਆਂ ਦੇ ਵਿਰੁੱਧ ਉਸ ਦੀ ਵਰਤੋਂ ਹੋਈ ਹੈ ਤਾਂ ਜਨਤਕ ਤੌਰ 'ਤੇ ਉਹ ਕੋਲੋਂ ਮਾਫ਼ੀ ਮੰਗ ਲੈਣ ਅਤੇ ਇਸ ਮਾਮਲੇ ਨੂੰ ਇੱਥੇ ਹੀ ਖ਼ਤਮ ਕਰਨ। ਡੰਡੀ ਸਟਾਰਟ। ਮੈਂ ਪਿਛਲੇ ਕੁਝ ਸਮੇਂ ਤੋਂ ਉੱਤਰ ਪ੍ਰਦੇਸ਼ ਨਹੀਂ ਗਿਆ ਅਤੇ ਜੋ ਕੁਝ ਮੈਂ ਕਹਿ ਰਿਹਾ ਹਾਂ ਉਹ ਕਿਸੇ ਹਾਲੀਆ ਵਿਸ਼ੇ ਵਸਤੂ ਜਾਂ ਮੇਰੇ ਕਿਸੇ ਹਾਲੀਆ ਜ਼ਮੀਨੀ ਕਾਰਜ 'ਤੇ ਆਧਾਰਿਤ ਨਹੀਂ ਹੈ। ਡੰਡੀ ਹਾਲਾਂਕਿ ਸੂਬੇ ਦੀਆਂ ਚੋਣਾਂ 'ਚ ਵੱਖ-ਵੱਖ ਸੰਭਾਵਨਾਵਾਂ 'ਤੇ ਪਹੁੰਚਣ ਲਈ ਇੱਥੇ ਬੀਤੇ ਕੁਝ ਸਾਲਾਂ ਦੌਰਾਨ ਵੋਟਾਂ ਪੈਣ ਦੇ ਪੈਟਰਨ 'ਤੇ ਝਾਤੀ ਮਾਰਨੀ ਦਿਲਚਸਪ ਹੋਵੇਗੀ। ਡੰਡੀ 2012 'ਚ ਸਮਾਜਵਾਦੀ ਪਾਰਟੀ ਨੇ 29% ਵੋਟ ਹਿੱਸੇਦਾਰੀ ਨਾਲ ਉੱਤਰ ਪ੍ਰਦੇਸ਼ 'ਚ ਪੂਰਨ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ। ਡੰਡੀ ਇੱਥੇ ਇਹ ਵਰਣਨਯੋਗ ਹੈ ਕਿ ਭਾਜਪਾ ਨਹੀਂ ਸਗੋਂ ਬਸਪਾ 26% ਵੋਟਾਂ ਦੀ ਹਿੱਸੇਦਾਰੀ ਨਾਲ ਦੂਜੇ ਸਥਾਨ 'ਤੇ ਰਹੀ। ਡੰਡੀ ਭਾਜਪਾ ਜਿਸ ਦੀ ਅਗਵਾਈ ਉਸ ਸਮੇਂ ਉਮਾ ਭਾਰਤੀ ਕਰ ਰਹੀ ਸੀ ਨੇ ਸਿਰਫ 15% ਵੋਟਾਂ ਦੀ ਹਿੱਸੇਦਾਰੀ ਹਾਸਲ ਕੀਤੀ। ਡੰਡੀ 2 ਸਾਲ ਬਾਅਦ 2014 'ਚ ਭਾਜਪਾ ਨੇ ਵਰਣਨਯੋਗ ਤੌਰ 'ਤੇ ਆਪਣੀ ਵੋਟ ਦੀ ਹਿੱਸੇਦਾਰੀ ਤਿੱਗਣੀ ਕਰਕੇ ਗੱਠਜੋੜ ਭਾਈਵਾਲ ਆਪਣਾ ਦਲ ਦੇ ਨਾਲ 42% ਕਰ ਲਈ। ਡੰਡੀ ਆਪਣੇ ਖੁਦ ਦੇ ਦਮ 'ਤੇ ਭਾਜਪਾ ਦੀ ਵੋਟ ਹਿੱਸੇਦਾਰੀ ਲਗਭਗ 40% ਸੀ। ਡੰਡੀ ਅਸੀਂ ਇਸ ਦਾ ਸਿਹਰਾ 2 ਚੀਜ਼ਾਂ ਨੂੰ ਦੇ ਸਕਦੇ ਹਾਂ। ਪਹਿਲੀ ਹੈ ਨਰਿੰਦਰ ਮੋਦੀ ਦੀ ਅਗਵਾਈ ਅਤੇ ਕਰਿਸ਼ਮਾ ਜਿਸ ਨੇ ਉੱਤਰੀ ਭਾਰਤ ਭਰ 'ਚੋਂ ਵੋਟਰਾਂ ਨੂੰ ਭਾਜਪਾ ਵੱਲ ਮੋੜਿਆ ਅਤੇ ਦੂਸਰੀ ਸੀ ਪੱਛਮੀ ਉੱਤਰ ਪ੍ਰਦੇਸ਼ 'ਚ ਫਿਰਕੂ ਹਿੰਸਾ। ਡੰਡੀ ਅਗਸਤ ਅਤੇ ਸਤੰਬਰ 2013 'ਚ ਮੁਜ਼ੱਫਰਨਗਰ ਅਤੇ ਸ਼ਾਮਲੀ 'ਚ ਕਈ ਵਾਰ ਬਹੁਤ ਜ਼ਿਆਦਾ ਹਿੰਸਾ ਅਤੇ ਜਬਰ ਜਨਾਹ ਦੇ ਮਾਮਲੇ ਦੇਖੇ ਗਏ ਜਿਨ੍ਹਾਂ ਨੇ ਇਲਾਕੇ ਦਾ ਧਰੁਵੀਕਰਨ ਕਰ ਦਿੱਤਾ ਅਤੇ ਹਜ਼ਾਰਾਂ ਲੋਕਾਂ ਜਿਨ੍ਹਾਂ 'ਚ ਵਧੇਰੇ ਮੁਸਲਮਾਨ ਸਨ ਨੂੰ ਰਾਹਤ ਕੈਂਪਾਂ 'ਚ ਭੇਜ ਦਿੱਤਾ। ਡੰਡੀ ਇਹ ਧਰੁਵੀਕਰਨ ਲੰਬੇ ਸਮੇਂ ਤੱਕ ਰਿਹਾ ਅਤੇ ਭਾਜਪਾ ਨੇ 2014 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਚ ਲਾਮਬੰਦੀ ਲਈ ਹਿੰਸਾ ਦੀ ਵਰਤੋਂ ਕੀਤੀ। ਡੰਡੀ ਮਾਰਚ 2017 'ਚ ਅੰਗਰੇਜ਼ੀ ਦੀ ਇੱਕ ਅਖਬਾਰ ਨੇ ਰਿਪੋਰਟ ਦਿੱਤੀ ਸੀ ਕਿ ਜਾਟ ਵੋਟਾਂ ਵੰਡੀਆਂ ਗਈਆਂ ਅਤੇ ਲੋਕ ਦਲ ਤੋਂ ਇਸ ਨੂੰ ਭਾਜਪਾ 'ਚ ਲੈ ਗਈਆਂ। ਡੰਡੀ ਰਿਪੋਰਟ 'ਚ ਦੱਸਿਆ ਗਿਆ ਸੀ ਕਿ ਜਾਟਾਂ ਨੂੰ ਕਿਹਾ ਗਿਆ ਸੀ ਕਿ ਭਾਜਪਾ ਵਿਰੁੱਧ ਉਹਨਾਂ ਦੀ ਵੋਟ ਸਿਰਫ ਮੁਸਲਮਾਨਾਂ ਵੱਲੋਂ ਸਰਕਾਰ ਬਣਾਉਣਾ ਯਕੀਨੀ ਕਰਨ 'ਚ ਮਦਦ ਕਰੇਗੀ ਅਤੇ ਕਿਹਾ ਗਿਆ ਸੀ ਕਿ ਜਾਟ ਅਗਵਾਈ ਦੇ ਨਾਲ ਅਮਿਤ ਸ਼ਾਹ ਦੀ ਬੈਠਕ ਦੀ ਇੱਕ ਆਡੀਓ ਰਿਕਾਰਡਿੰਗ ਜਿਸ ਨੂੰ
ਰਣਨੀਤਿਕ ਤੌਰ 'ਤੇ ਲੀਕ ਕਰ ਦਿੱਤਾ ਗਿਆ ਸੀ ਨੇ ਭਾਈਚਾਰੇ 'ਤੇ ਕਾਫੀ ਅਸਰ ਪਾਇਆ। ਡੰਡੀ ਇਸ ਨੇ ਅਸਲ 'ਚ ਭਾਈਚਾਰੇ 'ਚ ਡਰ ਪੈਦਾ ਕਰ ਦਿੱਤਾ ਅਤੇ 11 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਸਮੇਂ ਘੱਟੋ ਘੱਟ ਅੱਧੇ ਜਾਟਾਂ ਨੂੰ ਆਪਣੇ ਪੱਖ 'ਚ ਕਰ ਲਿਆ। ਡੰਡੀ ਅਖੀਰ ਇਹ ਹਿੰਦੂ ਏਕੀਕਰਨ ਭਾਜਪਾ ਦੇ ਪੱਖ 'ਚ ਸੀ। ਡੰਡੀ ਭਰਾ ਭਾਜਪਾ ਨੇ ਇੱਕ ਵਾਰ ਫਿਰ ਸੂਬੇ 'ਚ ਲਗਭਗ 40% ਵੋਟਾਂ ਦੇ ਨਾਲ ਆਪਣਾ ਅਧਿਕਾਰ ਜਮਾ ਲਿਆ। ਡੰਡੀ ਇਸ ਚੋਣ 'ਚ ਇੱਕ ਹੋਰ ਚੀਜ਼ ਜੋ ਇੱਕ ਕਾਰਕ ਮੰਨੀ ਜਾ ਰਹੀ ਸੀ ਉਹ ਸੀ ਅਰਥ ਵਿਵਸਥਾ। ਡੰਡੀ ਵੋਟਾਂ ਫਰਵਰੀ 2017 'ਚ ਪਈਆਂ ਨੋਟਬੰਦੀ ਅਤੇ ਦੇਸ਼ ਭਰ 'ਚ ਬਹੁਤ ਹੀ ਜ਼ਿਆਦਾ ਨਿਰਾਸ਼ਾਜਨਕ ਮਾਹੌਲ ਖਾਸ ਕਰਕੇ ਗਰੀਬਾਂ 'ਚ ਦੇ ਸਿਰਫ ਕੁਝ ਹਫ਼ਤਿਆਂ ਬਾਅਦ ਪਰ ਅਜਿਹਾ ਨਹੀਂ ਜਾਪਿਆ ਕਿ ਇਸ ਨੇ ਭਾਜਪਾ ਨੂੰ ਨਾਪੱਖੀ ਤੌਰ 'ਤੇ ਪ੍ਰਭਾਵਿਤ ਕੀਤਾ ਅਤੇ ਪਾਰਟੀ ਨੇ ਆਪਣਾ ਗਲਬਾ ਬਣਾਈ ਰੱਖਿਆ। ਡੰਡੀ ਦਿਲਚਸਪ ਗੱਲ ਇਹ ਹੈ ਕਿ ਸਮਾਜਵਾਦੀ ਪਾਰਟੀ ਨੇ ਉਹਨਾਂ ਸਾਰੀਆਂ ਸੀਟਾਂ ਜਿਨ੍ਹਾਂ 'ਤੇ ਇਸ ਨੇ ਚੋਣ ਲੜੀ ਸੀ ਤੇ ਆਪਣੀ 2012 ਵਾਲੀ ਜੇਤੂ ਵੋਟ ਹਿੱਸੇਦਾਰੀ ਮੁੜ ਤੋਂ ਹਾਸਲ ਕਰ ਲਈ। ਡੰਡੀ ਇਸ ਚੋਣ 'ਚ ਬਹੁਜਨ ਸਮਾਜ ਪਾਰਟੀ ਨੇ ਆਪਣੀ ਵੋਟ ਹਿੱਸੇਦਾਰੀ ਗਵਾ ਦਿੱਤੀ। ਡੰਡੀ ਸਟਾਰਟ ਵੱਖ-ਵੱਖ ਸੂਬਿਆਂ 'ਚ ਜਿਉਂ-ਜਿਉਂ ਚੋਣਾਂ ਦਾ ਰੌਲਾ ਵੱਧਦਾ ਜਾ ਰਿਹਾ ਹੈ ਸਿਆਸੀ ਪਾਰਟੀਆਂ ਵੀ ਆਪਣੀਆਂ ਕਮਰ ਕੱਸ ਰਹੀਆਂ ਹਨ। ਡੰਡੀ ਕਿਉਂਕਿ ਸਿਆਸੀ ਆਗੂਆਂ ਵੱਲੋਂ ਵੱਖ-ਵੱਖ ਖੇਡਾਂ ਖੇਡੀਆਂ ਜਾ ਰਹੀਆਂ ਹਨ ਇਸ ਲਈ ਹਰੇਕ ਵਿਅਕਤੀ ਲਈ ਇਹ ਇੱਕ ਹੈਰਾਨ ਕਰਨ ਵਾਲਾ ਸਮਾਂ ਹੈ। ਡੰਡੀ ਆਉਣ ਵਾਲੇ ਦਿਨਾਂ 'ਚ ਸਿਆਸੀ ਦ੍ਰਿਸ਼ ਬਦਲ ਜਾਵੇਗਾ। ਡੰਡੀ ਪੰਜਾਬ ਦੀ ਕਹਾਣੀ ਦਿਲਚਸਪ ਹੋਵੇਗੀ ਕਿਉਂਕਿ ਦੇਖਣਾ ਇਹ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ। ਡੰਡੀ ਸਾਡੇ ਕੋਲ ਨਵਜੋਤ ਸਿੰਘ ਸਿੱਧੂ ਦੇ ਰੂਪ 'ਚ ਇੱਕ ਸ਼ਕਤੀ ਹੈ ਜਿਸ ਨੂੰ ਕਾਬੂ ਕਰਨ ਲਈ ਕਾਂਗਰਸ ਪਾਰਟੀ ਨੂੰ ਬੜੀ ਮੁਸ਼ੱਕਤ ਕਰਨੀ ਪਵੇਗੀ। ਡੰਡੀ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਪ ਸੂਬੇ 'ਚ ਪੂਰੀ ਤਰ੍ਹਾਂ ਚੁਸਤ ਅਤੇ ਊਰਜਾ 'ਚ ਨਜ਼ਰ ਆ ਰਹੀ ਹੈ। ਡੰਡੀ ਜਾਪਦਾ ਹੈ ਕਿ ਉਹ ਪੰਜਾਬ 'ਚ ਸਰਕਾਰ ਬਣਾਉਣ ਦੇ ਨੇੜੇ ਹੋਵੇਗੀ। ਡੰਡੀ ਇਸ ਸਭ 'ਚ ਘਾਟੇ ਵਾਲਾ ਸੌਦਾ ਮਹਾਰਾਜਾ ਪਟਿਆਲਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੂਪ 'ਚ ਨਜ਼ਰ ਆਵੇਗਾ। ਡੰਡੀ ਕੈਪਟਨ ਅਕਾਲੀਆਂ ਅਤੇ ਭਾਜਪਾ ਦਰਮਿਆਨ ਫਸੇ ਹੋਏ ਖਿਡਾਰੀ ਜਾਪਦੇ ਹਨ। ਡੰਡੀ ਇਹ ਦੇਖਣਾ ਬੜਾ ਦੁਖਦਾਈ ਹੋਵੇਗਾ ਕਿ ਇੱਕ ਅਜਿਹਾ ਵਿਅਕਤੀ ਜਿਸ ਨੇ ਕਈ ਸਾਲਾਂ ਤੱਕ ਪੰਜਾਬ 'ਤੇ ਰਾਜ ਕੀਤਾ ਉਹਨਾਂ ਦੀ ਟੀਮ 'ਚੋਂ ਕਿਸੇ ਨੇ ਵੀ ਉਹਨਾਂ ਦਾ ਸਾਥ ਨਹੀਂ ਦਿੱਤਾ। ਡੰਡੀ ਜਦੋਂ ਉਹਨਾਂ ਨੇ ਪਾਰਟੀ ਨੂੰ ਛੱਡਿਆ। ਡੰਡੀ ਚੋਣਾਂ 'ਚ ਜੰਗ ਸਧਾਰਨ ਜਿਹੇ ਦਿਸਣ ਵਾਲੇ ਚੰਨੀ ਅਤੇ ਔਖੇ ਕਾਰਜ 'ਚ ਲੱਗੀ ਆਪ ਦੇ ਦਰਮਿਆਨ ਹੈ। ਡੰਡੀ ਮਹਾਰਾਜਾ ਪਟਿਆਲਾ ਦੀ ਉਮਰ ਨੂੰ ਦਿਮਾਗ 'ਚ ਰੱਖਦੇ ਹੋਏ ਇਹ ਜ਼ਾਹਰ ਹੈ ਕਿ ਉਹਨਾਂ ਦਾ ਸਮਰਥਨ ਕਰਨ ਵਾਲੇ ਲੋਕਾਂ ਨੇ ਉਹਨਾਂ ਦਾ ਸਾਥ ਛੱਡਿਆ ਤੇ ਮਹਾਰਾਜਾ
ਵੋਟਰਾਂ 'ਚ ਵੱਧ ਹਰਮਨ ਪਿਆਰੇ ਵੀ ਨਹੀਂ ਰਹੇ ਡੰਡੀ। ਜਿਹੜੇ ਲੋਕਾਂ ਨੇ ਉਹਨਾਂ ਦਾ ਸਾਥ ਛੱਡਿਆ ਉਹਨਾਂ ਨੇ ਜਾਂ ਤਾਂ ਭਾਜਪਾ ਜਾਂ ਫਿਰ ਆਪ ਨੂੰ ਜੁਆਇਨ ਕਰ ਲਿਆ ਡੰਡੀ। ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਨਾਲ ਜੁੜੇ ਰਹਿੰਦੇ ਤਾਂ ਯਕੀਨੀ ਤੌਰ 'ਤੇ ਕਾਂਗਰਸ ਦੀ ਸਰਕਾਰ ਬਣਨ ਅਤੇ ਉਹਨਾਂ ਨੂੰ ਅਗਵਾਈ ਕਰਨ ਦਾ ਮੌਕਾ ਮਿਲਦਾ ਡੰਡੀ। ਇਹ ਅਸਲ 'ਚ ਮੰਦਭਾਗੀ ਗੱਲ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ ਮਹਾਰਥੀ ਆਗੂ ਹਰੇਕ ਸੂਬੇ 'ਚੋਂ ਇੱਕ ਦੇ ਬਾਅਦ ਇੱਕ ਪਾਰਟੀ ਛੱਡ ਰਹੇ ਹਨ ਡੰਡੀ ਪੈਰਾ। ਸਭ ਤੋਂ ਦਿਲਚਸਪ ਖੇਡ ਤਾਂ ਉੱਤਰ ਪ੍ਰਦੇਸ਼ ਸੂਬੇ 'ਚ ਦੇਖਣ ਨੂੰ ਮਿਲ ਰਹੀ ਹੈ ਡੰਡੀ। ਇਸ 'ਚ ਕੋਈ ਦੋ ਰਾਵਾਂ ਨਹੀਂ ਹਨ ਕਿ ਭਾਜਪਾ ਇੱਕ ਮਜ਼ਬੂਤ ਪਾਰਟੀ ਦੇ ਰੂਪ 'ਚ ਨਜ਼ਰ ਆ ਰਹੀ ਹੈ, ਪਰ ਸਮਾਜਵਾਦੀ ਪਾਰਟੀ ਸਪਾ ਇੱਕਦਮ ਉਸ ਦੇ ਪਿੱਛੇ ਖੜੀ ਹੈ ਡੰਡੀ। ਸਿਆਸੀ ਦ੍ਰਿਸ਼ 'ਚ ਬਸਪਾ ਕਿਤੇ ਵੀ ਦਿਖਾਈ ਨਹੀਂ ਦਿੰਦੀ ਡੰਡੀ। ਪ੍ਰਿਅੰਕਾ ਗਾਂਧੀ ਦੀ ਅਗਵਾਈ 'ਚ ਕਾਂਗਰਸ ਆਪਣੇ ਕਦਮ ਜਮਾਉਣ 'ਚ ਲੱਗੀ ਹੋਈ ਹੈ ਡੰਡੀ। ਇਹ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਮਾਇਆਵਤੀ ਨੇ ਇੱਕ ਬੈਕ ਸੀਟ ਪਾ ਰੱਖੀ ਹੈ ਜੋ ਕਿ ਕਿਸੇ ਸਮੇਂ ਇੱਕ ਮਜ਼ਬੂਤ ਲੇਡੀ ਨਜ਼ਰ ਆਉਂਦੀ ਸੀ ਡੰਡੀ। ਕਾਂਗਰਸ ਪਾਰਟੀ 'ਚ ਕਿੰਨੇ ਲੋਕਾਂ ਦੀ ਦਲ ਬਦਲੀ ਨਾਲ ਕਈ ਸਮੱਸਿਆਵਾਂ ਖੜੀਆਂ ਹੋਈਆਂ ਹਨ, ਪਰ ਜੋ ਕੋਈ ਵੀ ਪਾਰਟੀ ਛੱਡਣਾ ਚਾਹੁੰਦਾ ਹੈ ਉਸ ਦਾ ਪਾਰਟੀ ਛੱਡਣ ਲਈ ਸਵਾਗਤ ਹੈ ਡੰਡੀ। ਜੋਤੀਰਾਦਿੱਤਿਆ ਸਿੰਧੀਆ, RPN ਸਿੰਘ, ਜਤਨ ਪ੍ਰਸਾਦ ਮਹਿਲਾ ਕਾਂਗਰਸ ਮੁਖੀ ਅਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾਵਾਂ ਨੇ ਇੱਕ ਦੇ ਬਾਅਦ ਇੱਕ ਕਾਂਗਰਸ ਨੂੰ ਛੱਡਿਆ ਡੰਡੀ। ਮੈਂ ਕਹਿ ਸਕਦੀ ਹਾਂ ਕਿ ਜ਼ਮੀਨੀ ਪੱਧਰ 'ਤੇ ਦਿਸਣ ਵਾਲੇ ਮਜ਼ਬੂਤ ਨੇਤਾਵਾਂ ਜਿਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਛੱਡਿਆ ਉਹਨਾਂ ਨੇ ਨਿਸ਼ਚਿਤ ਤੌਰ 'ਤੇ ਪਾਰਟੀ 'ਚ ਇੱਕ ਨਿਸ਼ਾਨ ਛੱਡਿਆ ਡੰਡੀ। ਜਿੱਥੋਂ ਤੱਕ ਯੂਕਰੇਨ ਦੇ ਬਾਰੇ 'ਚ ਰੂਸ ਦੇ ਰਾਸ਼ਟਰਪਤੀ ਪੁਤਿਨ ਦਾ ਸੰਬੰਧ ਹੈ, ਉਹਨਾਂ ਨੇ 2007 ਤੋਂ ਹੀ ਵੱਡੇ ਰੂਸ ਗ੍ਰੇਟਰ ਰਸ਼ੀਆ ਦਾ ਸੁਪਨਾ ਆਪਣੇ ਮਨ 'ਚ ਸੰਜੋਇਆ ਹੈ, ਜਿਵੇਂ ਕਿ ਸੋਵੀਅਤ ਸੰਘ ਦੇ ਟੁੱਟਣ ਤੋਂ ਪਹਿਲਾਂ ਸੀ ਡੰਡੀ। ਪੁਤਿਨ ਦਾ ਮੰਨਣਾ ਹੈ ਕਿ ਉਹ ਸੋਵੀਅਤ ਸੰਘ ਨਾਲੋਂ ਅਲੱਗ ਹੋਏ 17 ਛੋਟੇ ਵੱਡੇ ਦੇਸ਼ਾਂ 'ਚੋਂ 6 ਵੱਡੇ ਦੇਸ਼ਾਂ ਨੂੰ ਤਾਂ ਆਪਣੇ ਨਾਲ ਲੈ ਹੀ ਆਉਣਗੇ, ਜਿਸ ਦੇ ਬਾਅਦ ਹੋਰ ਛੋਟੇ ਮੋਟੇ ਦੇਸ਼ ਖੁਦ ਹੀ ਉਸ ਦੇ ਪਾਲੇ 'ਚ ਆ ਜਾਣਗੇ ਡੰਡੀ। ਰੂਸ ਇਸ ਸਮੇਂ ਯੂਕਰੇਨ ਦੀ ਵਰਤੋਂ ਅਮਰੀਕਾ ਅਤੇ ਯੂਰਪੀ ਦੇਸ਼ਾਂ 'ਤੇ ਦਬਾਅ ਬਣਾਉਣ ਲਈ ਵੀ ਕਰ ਰਿਹਾ ਹੈ ਤਾਂ ਕਿ ਹੁਣ ਤੱਕ ਅਣਸੁਣੀਆਂ ਕੀਤੀਆਂ ਜਾ ਰਹੀਆਂ ਉਸ ਦੀਆਂ ਮੰਗਾਂ ਨੂੰ ਸਾਰੇ ਗੰਭੀਰਤਾ ਨਾਲ ਲੈਣ। ਪਰ ਜਿਵੇਂ ਕਿ ਕਹਿੰਦੇ ਹਨ ਕਿ ਜਦੋਂ ਤੁਸੀਂ ਡਰਾਉਣ ਲਈ ਮੇਜ਼ 'ਤੇ ਬੰਦੂਕ ਰੱਖ ਕੇ ਸੌਦਾ ਕਰਨ ਦੇ ਲਈ ਬੈਠਦੇ ਹੋ ਤਾਂ ਕਦੀ ਕਦੀ ਤੁਸੀਂ ਉਸ ਨੂੰ ਚਲਾ ਵੀ ਦਿੰਦੇ ਹੋ ਡੰਡੀ। ਸਪਸ਼ਟ ਹੈ ਕਿ ਰੂਸ ਦੀਆਂ ਖਾਹਿਸ਼ਾਂ ਦਰਮਿਆਨ ਯੂਕਰੇਨ ਇੱਕ ਮੋਹਰਾ ਬਣ ਕੇ ਫਸ ਚੁੱਕਾ ਹੈ ਡੰਡੀ। ਇੱਕ ਹੋਰ ਕਾਰਨ ਨਾਲ ਯੂਕਰੇਨ ਲਈ ਮੌਜੂਦਾ ਹਾਲਾਤ ਕਾਫੀ ਖਰਾਬ ਹਨ, ਕਿਉਂਕਿ ਉਸ ਦੇ ਅੱਧੇ ਲੋਕ ਰੂਸੀ ਹਨ ਅਤੇ ਉੱਤਰੀ ਯੂਕਰੇਨ ਤਾਂ ਰੂਸੀ ਭਾਸ਼ੀ ਲੋਕਾਂ ਨਾਲ ਹੀ ਭਰਿਆ ਹੈ, ਇਸ ਲਈ ਉਹ ਰੂਸ ਦਾ ਹੀ ਸਾਥ ਦੇਣਗੇ ਡੰਡੀ ਪੈਰਾ।
ਉਧਰ ਯੂਕਰੇਨ ਦੇ ਦੱਖਣ 'ਚ ਕ੍ਰੀਮੀਆ ਹੈ, ਜਿੱਥੇ ਰੂਸੀ ਫੌਜੀ ਮੌਜੂਦ ਹਨ। ਡੰਡੀ ਕ੍ਰੀਮੀਆ ਤੋਂ ਰੂਸ ਦੀ ਪਹੁੰਚ ਬਲੈਕ ਸੀ ਤੱਕ ਹੋ ਜਾਂਦੀ ਹੈ, ਜਿਸ ਦੇ ਰਾਹੀਂ ਉਹ ਆਸਾਨੀ ਨਾਲ ਫੌਜ ਭੇਜ ਸਕਦੇ ਹਨ ਜਾਂ ਵਪਾਰ ਕਰ ਸਕਦੇ ਹਨ। ਡੰਡੀ ਯੂਕਰੇਨ ਦੇ ਨਾਲ ਹੀ ਲੱਗਣ ਵਾਲੇ ਇੱਕ ਵੱਡੇ ਦੇਸ਼ ਬੇਲਾਰੂਸ 'ਚ ਵੀ ਰੂਸੀ ਫੌਜ ਮੌਜੂਦ ਹਨ ਅਤੇ ਬੇਲਾਰੂਸ ਦੇ ਫੌਜੀਆਂ ਦੇ ਨਾਲ ਫੌਜੀ ਅਭਿਆਸ ਵੀ ਕਰਦੇ ਹਨ। ਡੰਡੀ ਕੁਝ ਸਮਾਂ ਪਹਿਲਾਂ ਬੇਲਾਰੂਸ 'ਚ ਚੋਣਾਂ 'ਚ ਹਾਰ ਦੇ ਬਾਵਜੂਦ ਉੱਥੋਂ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੇਂਕੋ ਨੇ ਸੱਤਾ ਨਹੀਂ ਛੱਡੀ, ਸਗੋਂ ਚੋਣਾਂ 'ਚ ਆਪਣੇ ਪ੍ਰਮੁੱਖ ਮੁਕਾਬਲੇਬਾਜ਼ ਉਮੀਦਵਾਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਥਾਂ ਚੋਣ ਲੜਨ ਵਾਲੀ ਉਸ ਦੀ ਪਤਨੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ। ਡੰਡੀ ਉਸ ਨੇ ਸੱਤਾ 'ਤੇ ਕਬਜ਼ਾ ਰੂਸੀ ਫੌਜ ਦੀ ਮਦਦ ਨਾਲ ਹੀ ਕੀਤਾ ਹੈ। ਡੰਡੀ ਸਿਆਸੀ ਵਿਰੋਧੀਆਂ ਤੋਂ ਲੈ ਕੇ ਪੱਤਰਕਾਰਾਂ ਤੱਕ ਕਿੰਨੇ ਹੀ ਲੋਕਾਂ ਨੂੰ ਉਸ ਨੇ ਜੇਲ੍ਹ 'ਚ ਸੁੱਟ ਦਿੱਤਾ ਹੈ। ਡੰਡੀ ਅਲੈਗਜ਼ੈਂਡਰ ਦਾ ਕਹਿਣਾ ਹੈ ਕਿ ਜੇਕਰ ਰੂਸ ਯੂਕਰੇਨ 'ਚ ਜੰਗ ਹੁੰਦੀ ਹੈ ਤਾਂ ਉਹਨਾਂ ਦਾ ਦੇਸ਼ ਰੂਸ ਦਾ ਸਾਥ ਦੇਵੇਗਾ। ਡੰਡੀ ਪੈਰਾ ਇਹੀ ਨਹੀਂ, ਯੂਕਰੇਨ ਦੇ ਪੂਰਬ 'ਚ ਵੀ ਰੂਸ ਦੀਆਂ ਫੌਜਾਂ ਤੈਨਾਤ ਹਨ। ਡੰਡੀ ਇਹਨਾਂ ਹਾਲਾਤ ਦੌਰਾਨ ਭਾਰਤ ਲਈ ਇੱਕ ਦੁਵਿਧਾਪੂਰਨ ਸਥਿਤੀ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ। ਡੰਡੀ ਸਾਡੇ ਰੂਸ ਅਤੇ ਅਮਰੀਕਾ ਦੋਵਾਂ ਦੇ ਨਾਲ ਆਮ ਤੌਰ 'ਤੇ ਚੰਗੇ ਸੰਬੰਧ ਹਨ ਅਤੇ ਅਸੀਂ ਇਹਨਾਂ ਦੋਵਾਂ 'ਚੋਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਡੰਡੀ ਵਰਣਨਯੋਗ ਹੈ ਕਿ ਭਾਰਤ ਦੇ ਕੁੱਲ ਫੌਜੀ ਦਰਾਮਦ ਦਾ 49% ਹਿੱਸਾ ਰੂਸ ਦੇ ਨਾਲ ਹੈ ਅਤੇ ਅਮਰੀਕਾ ਨਹੀਂ ਚਾਹੁੰਦਾ ਕਿ ਭਾਰਤ ਰੂਸ ਤੋਂ ਫੌਜੀ ਸਮੱਗਰੀ ਖਰੀਦੇ ਅਤੇ ਇਸੇ ਕਾਰਨ ਭਾਰਤ ਵੱਲੋਂ ਰੂਸ ਤੋਂ ਕੀਤੀ ਗਈ ਫੌਜੀ ਖਰੀਦ 'ਤੇ ਅਮਰੀਕਾ ਆਪਣੇ ਵਿਰੋਧੀਆਂ 'ਤੇ ਪਾਬੰਦੀ ਦੇ ਕਾਨੂੰਨ ਕਾਟਸਾ ਦੇ ਅਧੀਨ ਕਾਰਵਾਈ ਕਰਨ 'ਤੇ ਵਿਚਾਰ ਕਰ ਸਕਦਾ ਹੈ। ਡੰਡੀ ਭਾਰਤ ਨੇ ਵੀ ਹਾਲ ਹੀ 'ਚ ਯੂਕਰੇਨ ਸੰਕਟ ਦਾ ਹੱਲ ਸ਼ਾਂਤੀ ਨਾਲ ਕੀਤੇ ਜਾਣ ਦੀ ਅਪੀਲ ਕੀਤੀ ਹੈ। ਡੰਡੀ ਅਮਰੀਕਾ ਅਜੇ ਤੱਕ ਇਸ ਕਾਨੂੰਨ ਦੇ ਅਧੀਨ ਤੁਰਕੀ, ਈਰਾਨ, ਉੱਤਰ ਕੋਰੀਆ ਅਤੇ ਰੂਸ ਦੇ ਵਿਰੁੱਧ ਪਾਬੰਦੀ ਲਗਾ ਚੁੱਕਾ ਹੈ। ਇਸ ਲਈ ਭਾਰਤ ਫੂਕ ਫੂਕ ਕੇ ਕਦਮ ਰੱਖ ਰਿਹਾ ਹੈ। ਡੰਡੀ ਸਟਾਰਟ ਜਿਹੜੇ ਨੇਤਾਵਾਂ ਨੇ ਪਾਰਟੀ ਨੂੰ ਛੱਡਿਆ, ਉਹਨਾਂ 'ਚ ਖੁਦ ਦੇ ਬਲ 'ਤੇ ਚੋਣ ਲੜਨ ਦੀ ਆਪਣੀ ਸਮਰੱਥਾ ਸੀ। ਡੰਡੀ ਅਜਿਹੇ ਲੋਕ ਭਵਿੱਖ ਖੁਦ ਤੈਅ ਕਰ ਸਕਦੇ ਹਨ ਅਤੇ ਉਹ ਇੱਕ ਡੁੱਬਦੇ ਜਹਾਜ਼ ਨੂੰ ਛੱਡਣਾ ਨਹੀਂ ਚਾਹੁੰਦੇ ਸਨ। ਡੰਡੀ ਆਖਰੀ ਸਮੇਂ ਤੱਕ ਉਹ ਆਪਣਾ ਸਭ ਕੁਝ ਵਾਰਨਾ ਚਾਹੁੰਦੇ ਸਨ। ਡੰਡੀ ਉਹਨਾਂ ਲੋਕਾਂ ਲਈ ਸਿਆਸਤ ਇੱਕ ਸਾਈਡ ਬਿਜ਼ਨਸ ਨਹੀਂ ਹੈ ਜੋ ਗੰਭੀਰ ਤੌਰ 'ਤੇ ਸਿਆਸਤਦਾਨ ਹਨ। ਡੰਡੀ ਇਹ ਸਪਸ਼ਟ ਹੈ ਕਿ ਉਹਨਾਂ ਲਈ ਸਿਆਸਤ ਹੀ ਉਹਨਾਂ ਦੀ ਜ਼ਿੰਦਗੀ ਹੈ ਅਤੇ ਸਾਲਾਂ ਤੋਂ ਉਹਨਾਂ ਨੇ ਸਖਤ ਮਿਹਨਤ ਕੀਤੀ ਹੈ ਅਤੇ ਜਦੋਂ ਉਹ ਦੇਖਦੇ ਹਨ ਕਿ ਅਗਲੇ 10 ਸਾਲਾਂ ਲਈ ਉਹਨਾਂ ਦੀ ਜ਼ਿੰਦਗੀ ਲਈ ਕੋਈ ਭਵਿੱਖ ਨਹੀਂ ਹੈ ਤਾਂ ਉਹ ਮੰਨਦੇ ਹਨ ਕਿ ਉਹ ਆਪਣਾ ਸਮਾਂ ਬਰਬਾਦ ਕਰ ਰਹੇ ਹਨ ਅਤੇ ਹਾਈਕਮਾਨ ਨੇ ਉਹਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ। ਡੰਡੀ ਜੇਕਰ ਸਿੰਧੀਆ ਅਤੇ
RPN ਸਿੰਘ ਨੂੰ CPC ਪ੍ਰਧਾਨ ਬਣਾ ਦਿੱਤਾ ਹੈ ਤਾਂ ਉਹ ਕਦੇ ਵੀ ਪਾਰਟੀ ਨੂੰ ਨਾ ਛੱਡਦੇ, ਕਿਉਂਕਿ ਉਹ ਜ਼ਿਆਦਾ ਸਮਰੱਥ ਅਤੇ ਸੀਨੀਅਰ ਵੀ ਸਨ। ਡੰਡੀ ਉਹਨਾਂ ਨੇ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮੁੜ ਜਿੰਦਾ ਕੀਤਾ। ਡੰਡੀ ਪਾਰਟੀ ਦੀ ਕਾਰਜਸ਼ੈਲੀ ਨੂੰ ਲੈ ਕੇ G23 ਨੇਤਾਵਾਂ ਨੇ ਪਾਰਟੀ ਦੀ ਆਲੋਚਨਾ ਕੀਤੀ। ਡੰਡੀ ਉਹ ਅੱਜ ਵੀ ਪਾਰਟੀ ਦੇ ਨਾਲ ਜੁੜੇ ਹੋਏ ਹਨ, ਜਦਕਿ ਨੌਜਵਾਨਾਂ ਨੇ ਪਾਰਟੀ ਨੂੰ ਛੱਡ ਦਿੱਤਾ। ਡੰਡੀ ਰਾਹੁਲ ਗਾਂਧੀ ਨੇ ਉਹਨਾਂ ਦੀ ਅਣਦੇਖੀ ਕੀਤੀ। ਡੰਡੀ ਜੇਕਰ ਕਿਸੇ ਵਿਅਕਤੀ ਨੂੰ ਉਸਦਾ ਬਣਦਾ ਹੱਕ ਸਮੇਂ 'ਤੇ ਦੇ ਦਿੱਤਾ ਜਾਵੇ ਤਾਂ ਮੇਰਾ ਮੰਨਣਾ ਹੈ ਕਿ ਇਹ ਚੰਗਾ ਹੋਵੇਗਾ। ਡੰਡੀ ਤੁਸੀਂ ਆਪਣੇ ਨੇਤਾਵਾਂ ਨੂੰ ਇੰਨਾ ਕਿਉਂ ਅਸੁਰੱਖਿਅਤ ਮੰਨਦੇ ਹੋ? ਡੰਡੀ ਕਿਉਂ ਨਹੀਂ ਉਹਨਾਂ ਨੂੰ ਸਮੇਂ 'ਤੇ ਉਹਨਾਂ ਦਾ ਬਣਦਾ ਹੱਕ ਅਤੇ ਸਥਾਨ ਦੇ ਦਿੰਦੇ? ਡੰਡੀ ਹਰੇਕ ਪਾਰਟੀ ਦੀ ਹਾਈ ਕਮਾਨ ਆਪਣੇ ਵਰਕਰਾਂ ਦੀ ਸੁਣਦੀ ਹੈ ਅਤੇ ਉਹਨਾਂ ਨੂੰ ਬੇਆਸ ਨਹੀਂ ਹੋਣ ਦਿੰਦੀ। ਡੰਡੀ ਜੋ ਵਰਕਰ ਆਪਣੇ ਸੱਭਿਆਚਾਰ ਨੂੰ ਨਹੀਂ ਛੱਡਦੇ ਉਹਨਾਂ ਨੂੰ ਕਿਉਂ ਕੇਂਦਰੀ ਟੀਮ 'ਚ ਸ਼ਾਮਲ ਕੀਤਾ ਜਾਂਦਾ ਹੈ? ਡੰਡੀ ਇਹ ਪਾਰਟੀ ਲਈ ਵੀ ਸਹਾਈ ਸਿੱਧ ਨਹੀਂ ਹੁੰਦੇ। ਡੰਡੀ ਭਰਾ ਦੋ ਵਿਰੋਧੀ ਸਪਾ ਅਤੇ ਬਸਪਾ ਫਿਰ 2019 ਦੀਆਂ ਚੋਣਾਂ 'ਚ ਇਕੱਠੇ ਹੋ ਗਏ ਅਤੇ ਇਸ ਵਾਰ ਕਈ ਵਿਅਕਤੀਆਂ ਨੇ ਸੋਚਿਆ ਸੀ ਕਿ ਉੱਤਰ ਪ੍ਰਦੇਸ਼ 'ਚ ਭਾਜਪਾ ਨੂੰ ਇੱਕ ਸਖਤ ਲੜਾਈ ਲੜਨੀ ਪਵੇਗੀ। ਡੰਡੀ ਅਜਿਹਾ ਨਹੀਂ ਹੋਇਆ ਅਤੇ ਭਾਜਪਾ ਨੇ ਇੱਕ ਵਾਰ ਫਿਰ ਆਪਣੀ ਵੋਟਾਂ ਦੀ ਹਿੱਸੇਦਾਰੀ ਵਧਾ ਕੇ 50% ਦੇ ਲਗਭਗ ਕਰ ਲਈ ਅਤੇ ਸੂਬੇ 'ਚ ਇੱਕ ਤਰ੍ਹਾਂ ਝਾੜੂ ਫੇਰ ਦਿੱਤਾ। ਡੰਡੀ ਇਸ ਵਾਰ ਅਜਿਹਾ ਮੰਨਿਆ ਜਾਂਦਾ ਸੀ ਕਿ ਸਭ ਤੋਂ ਵੱਡਾ ਕਾਰਕ ਪਾਕਿਸਤਾਨ 'ਤੇ ਭਾਰਤ ਦਾ ਹਮਲਾ ਸੀ। ਡੰਡੀ ਬਾਲਾਕੋਟ 'ਤੇ ਹਮਲਾ ਫਰਵਰੀ ਦੇ ਅਖੀਰ 'ਚ ਹੋਇਆ ਅਤੇ ਵੋਟਾਂ ਪੈਣ ਦੇ ਕੁਝ ਹਫ਼ਤੇ ਬਾਅਦ। ਡੰਡੀ ਯਕੀਨੀ ਤੌਰ 'ਤੇ ਸਾਨੂੰ ਨਹੀਂ ਪਤਾ ਹੈ ਕਿ ਕਿਸ ਹੱਦ ਤੱਕ ਉਹ ਇੱਕ ਪ੍ਰਮੁੱਖ ਕਾਰਕ ਸੀ, ਠੀਕ ਉਵੇਂ ਹੀ ਜਿਵੇਂ ਸਾਨੂੰ ਨਹੀਂ ਪਤਾ ਕਿ 2017 ਦੇ ਨਤੀਜਿਆਂ 'ਚ ਨੋਟਬੰਦੀ ਨੇ ਕਿੰਨਾ ਯੋਗਦਾਨ ਪਾਇਆ ਜਾਂ ਨਹੀਂ ਪਾਇਆ। ਡੰਡੀ ਸਟਾਰਟ 2017 'ਚ ਭਾਜਪਾ ਦਾ ਫਿਰਕੂ ਧਰੁਵੀਕਰਨ 'ਤੇ ਕਿੰਨਾ ਵੱਧ ਧਿਆਨ ਕੇਂਦਰਿਤ ਸੀ, ਇਹ ਦੇਖਦੇ ਹੋਏ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਇਸ ਦੀ ਰਾਜਨੀਤੀ ਅਤੇ ਇਸ ਦੇ ਵੋਟ ਬੈਂਕਾਂ ਦਾ ਇੱਕ ਮੁੱਢਲਾ ਸੰਚਾਲਕ ਹੈ। ਡੰਡੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ 28 ਜਨਵਰੀ ਨੂੰ ਭਾਜਪਾ ਦੇ ਵਿਰੋਧੀਆਂ ਦੇ ਬਾਰੇ 'ਚ ਟਵੀਟ ਕੀਤਾ ਸੀ ਕਿ ਉਹ ਜਿਨ੍ਹਾਂ ਦੇ ਉਪਾਸਕ ਹਨ ਅਤੇ ਅਸੀਂ ਸਰਦਾਰ ਪਟੇਲ ਦੇ ਉਪਾਸਕ ਹਾਂ। ਡੰਡੀ ਉਹਨਾਂ ਨੂੰ ਪਾਕਿਸਤਾਨ ਪਿਆਰਾ ਹੈ, ਅਸੀਂ ਮਾਂ ਭਾਰਤੀ 'ਤੇ ਆਪਣੀ ਜ਼ਿੰਦਗੀ ਕੁਰਬਾਨ ਕਰਦੇ ਹਾਂ। ਡੰਡੀ ਇਸ ਤੋਂ ਇੱਕ ਦਿਨ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਕਿਹਾ ਸੀ ਕਿ ਮੈਂ ਨਹੀਂ ਜਾਣਦਾ ਕਿ ਚੋਣਾਂ ਦੇ ਦੌਰਾਨ ਪਾਕਿਸਤਾਨ ਦੇ ਸੰਸਥਾਪਕ ਜਿਨ੍ਹਾਂ ਦਾ ਨਾਂ ਆਮ ਤੌਰ 'ਤੇ ਕਿਉਂ ਯਾਦ ਆ ਜਾਂਦਾ ਹੈ, ਜੋ ਇਸ ਦਾ ਸਿਆਸੀਕਰਨ ਕਰਨਾ ਚਾਹੁੰਦੇ ਹਨ। ਉੱਤਰ ਪ੍ਰਦੇਸ਼ ਦੀ ਸਿਆਸਤ 'ਚ ਜਿਨ੍ਹਾਂ ਦੇ ਨਾਂ ਨੂੰ ਨਹੀਂ ਉਭਾਰਿਆ ਜਾਣਾ ਚਾਹੀਦਾ। ਡੰਡੀ ਇਸ ਦੀ ਬਜਾਏ ਸਾਨੂੰ ਕਿਸਾਨਾਂ ਗੰਨੇ ਦੀ ਗੱਲ ਕਰਨੀ ਚਾਹੀਦੀ ਹੈ। ਡੰਡੀ ਭਾਜਪਾ ਵੱਲੋਂ ਜਿਨ੍ਹਾਂ
ਪਾਕਿਸਤਾਨ ਅਤੇ ਮੁਸਲਮਾਨਾਂ ਦੀ ਗੱਲ ਚੁੱਕਣ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਨੇ ਅਤੀਤ 'ਚ ਇਹਨਾਂ ਲਈ ਕੰਮ ਕੀਤਾ ਅਤੇ ਇਸੇ ਕਾਰਨ ਇਸ ਦੀ ਵਰਤੋਂ ਕੀਤੀ ਜਾਣੀ ਜਾਰੀ ਰਹੇਗੀ। ਡੰਡੀ ਭਾਰਾ। ਭਾਜਪਾ ਵੱਲੋਂ ਜਿਨ੍ਹਾਂ ਪਾਕਿਸਤਾਨ ਅਤੇ ਮੁਸਲਮਾਨਾਂ ਦੀ ਗੱਲ ਚੁੱਕਣ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਨੇ ਅਤੀਤ 'ਚ ਇਹਨਾਂ ਲਈ ਕੰਮ ਕੀਤਾ ਅਤੇ ਇਸੇ ਕਾਰਨ ਇਸ ਦੀ ਵਰਤੋਂ ਕੀਤੀ ਜਾਣੀ ਜਾਰੀ ਰਹੇਗੀ। ਡੰਡੀ। ਵਿਆਪਕ ਪੈਟਰਨ ਸਾਨੂੰ ਦੱਸਦਾ ਹੈ ਕਿ ਯੂਪੀ 'ਚ ਵੱਡੀ ਜਿੱਤ ਹਾਸਲ ਕਰਨ ਲਈ ਭਾਜਪਾ ਨੂੰ ਪਿਛਲੀਆਂ 3 ਚੋਣਾਂ ਵਾਲੀ ਆਪਣੀ ਵੋਟਾਂ ਦੀ ਹਿੱਸੇਦਾਰੀ ਨੂੰ ਬਣਾਈ ਰੱਖਣਾ ਹੋਵੇਗਾ, ਪਰ ਮਹਿਜ ਸੌਖੀ ਜਿੱਤ ਹਾਸਲ ਕਰਨ ਲਈ ਪਾਰਟੀ ਕੁਝ ਵੋਟਾਂ ਦੀ ਹਿੱਸੇਦਾਰੀ ਗਵਾ ਕੇ ਵੀ ਅਜਿਹਾ ਕਰ ਸਕਦੀ ਹੈ ਅਤੇ ਸੰਭਵ ਹੈ ਕਿ ਵੱਧ ਤੋਂ ਵੱਧ 10% ਤੱਕ। ਡੰਡੀ। ਅਜਿਹਾ ਦਿਖਾਈ ਦਿੰਦਾ ਹੈ ਕਿ ਸਮਾਜਵਾਦੀ ਪਾਰਟੀ ਆਪਣੇ ਲਈ ਇੱਕ ਰਿਕਾਰਡ ਵੋਟਾਂ ਦੀ ਹਿੱਸੇਦਾਰੀ ਵੱਲ ਵਧ ਰਹੀ ਹੈ, ਪਰ ਇਹ ਸਪਸ਼ਟ ਨਹੀਂ ਕਿ ਇਹ ਭਾਜਪਾ ਨੂੰ ਮੁੜ ਤੋਂ ਰੋਕਣ 'ਚ ਸਮਰੱਥ ਹੋਵੇਗੀ। ਡੰਡੀ। ਇੱਕ ਵਾਰ ਫਿਰ ਮੈਂ ਇਹ ਸਭ ਕੁਝ ਕਿਸੇ ਜ਼ਮੀਨੀ ਸਬੂਤ ਦੇ ਆਧਾਰ 'ਤੇ ਨਹੀਂ, ਸਗੋਂ ਅਤੀਤ 'ਚ ਗਿਣਤੀਆਂ 'ਤੇ ਝਾਤੀ ਮਾਰਨ ਦੇ ਆਧਾਰ 'ਤੇ ਕਹਿ ਰਿਹਾ ਹਾਂ। ਡੰਡੀ। ਇੱਥੇ ਕਰਨ ਵਾਲੀ ਆਖਰੀ ਚੀਜ਼ ਇਹ ਦੇਖਣਾ ਹੈ ਕਿ ਕੀ ਕੋਈ ਬਾਹਰੀ ਕਾਰਕ ਵੀ ਹਨ। ਡੰਡੀ। ਇਹ ਹਨ ਕਿਸਾਨਾਂ ਦਾ ਅੰਦੋਲਨ ਜੋ 1 ਸਾਲ ਬਾਅਦ ਨਵੰਬਰ 'ਚ ਖਤਮ ਹੋਇਆ। ਡੰਡੀ। ਫਿਰ ਮੌਜੂਦਾ ਸਮੇਂ 'ਚ ਰੇਲਵੇ ਅਤੇ ਹੋਰ ਕੇਂਦਰੀ ਨੌਕਰੀਆਂ ਦੇ ਮੁੱਦੇ 'ਤੇ ਕੇਂਦਰ ਸਰਕਾਰ ਵਿਰੁੱਧ ਅੰਦੋਲਨ ਹੈ। ਡੰਡੀ। ਥੋੜ੍ਹਾ ਪਿੱਛੇ ਜਾਈਏ ਤਾਂ ਬੀਤੇ ਸਾਲ ਕੋਵਿਡ ਦੀ ਦੂਸਰੀ ਲਹਿਰ ਦੇ ਦੌਰਾਨ ਗੰਗਾ 'ਚ ਤੈਰਦੀਆਂ ਲਾਸ਼ਾਂ ਦੇ ਦ੍ਰਿਸ਼ ਹਨ। ਡੰਡੀ। ਕੀ ਇਹ ਸਾਰੇ ਫਿਰਕੂ ਧਰੁਵੀਕਰਨ ਦੇ ਸਾਹਮਣੇ ਅਪ੍ਰਾਸੰਗਿਕ ਬਣ ਜਾਣਗੇ? ਪ੍ਰਸ਼ਨ ਚਿੰਨ੍ਹ। ਅਜਿਹੀ ਸੰਭਾਵਨਾ ਹੈ ਕਿ ਇਸ ਚੋਣ ਦੇ ਨਤੀਜੇ ਸਾਨੂੰ ਇਸ ਸਵਾਲ ਦਾ ਜਵਾਬ ਦੇਣਗੇ। ਡੰਡੀ। ਬੀਤੇ ਦਿਨੀਂ ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਨੌਜਵਾਨਾਂ ਵੱਲੋਂ ਰੇਲਵੇ ਭਰਤੀ ਬੋਰਡ ਦੀ ਨਾਨ ਟੈਕਨੀਕਲ ਪਾਪੂਲਰ ਕੈਟਾਗਰੀ RRB NTPC ਪ੍ਰੀਖਿਆ 'ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਹਿੰਸਕ ਰੋਸ ਵਿਖਾਵੇ ਹੋਏ। ਡੰਡੀ। ਸਰਕਾਰ ਨੇ ਵਿਦਿਆਰਥੀਆਂ ਵੱਲੋਂ ਰੇਲ ਰੋਕਣ ਤੋਂ ਲੈ ਕੇ ਰੇਲ 'ਚ ਅੱਗ ਲਗਾਉਣ ਵਰਗੇ ਪ੍ਰਦਰਸ਼ਨ ਦੀ ਨਾ ਸਿਰਫ ਨਿੰਦਾ ਕੀਤੀ ਹੈ, ਸਗੋਂ ਵਿਦਿਆਰਥੀਆਂ 'ਤੇ ਬੜੇ ਜ਼ਾਲਮਾਨਾ ਢੰਗ ਨਾਲ ਡਾਂਗਾਂ ਵੀ ਵਰ੍ਹਾਈਆਂ। ਡੰਡੀ। ਇਸ ਬਵਾਲ ਦੇ ਬਾਅਦ ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਇਕੱਠੀ ਹੁੰਦੀ ਦਿਖਾਈ ਦਿੱਤੀ ਅਤੇ ਨਾ ਸਿਰਫ ਵਿਦਿਆਰਥੀਆਂ ਦੇ ਸਮਰਥਨ 'ਚ ਉਤਰੀ, ਸਗੋਂ ਕੇਂਦਰ 'ਤੇ ਖੂਬ ਹਮਲਾ ਕੀਤਾ। ਡੰਡੀ। ਇਸ ਦੌਰਾਨ ਬਿਹਾਰ ਦੇ ਇੱਕ ਵਿਦਿਆਰਥੀ ਨੇ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਕੁਝ ਮੁੱਢਲੇ ਸਵਾਲ ਚੁੱਕੇ ਹਨ। ਡੰਡੀ। ਚੋਣਾਂ ਦੇ ਮੌਸਮ 'ਚ ਇਹਨਾਂ ਸਵਾਲਾਂ ਨਾਲ ਕੇਂਦਰ ਸਰਕਾਰ ਨੂੰ ਕਾਫੀ ਦਿੱਕਤ ਆ ਸਕਦੀ ਹੈ। ਡੰਡੀ। ਅੱਜ ਦੇ ਦੌਰ 'ਚ ਜੇਕਰ ਮੇਨ ਸਟਰੀਮ ਮੀਡੀਆ ਕੁਝ ਕਾਰਨਾਂ ਨਾਲ ਅਜਿਹੇ ਸਵਾਲਾਂ ਨੂੰ ਜਨਤਾ ਤੱਕ ਨਹੀਂ ਪਹੁੰਚਾਉਂਦਾ ਹੈ ਤਾਂ ਇਸ ਦਾ ਭਾਵ ਇਹ ਨਹੀਂ ਹੈ ਕਿ
ਜਨਤਾ ਤੱਕ ਇਹ ਸਵਾਲ ਪਹੁੰਚ ਨਹੀਂ ਸਕਣਗੇ ਡੰਡੀ। ਸੋਸ਼ਲ ਮੀਡੀਆ 'ਤੇ ਇਹ ਇੰਟਰਵਿਊ ਕਾਫੀ ਦੇਖੀ ਜਾ ਰਹੀ ਹੈ ਡੰਡੀ। ਇਸ ਵੀਡੀਓ 'ਚ ਵਿਦਿਆਰਥੀ ਵੱਲੋਂ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦੇ ਇੱਕ ਬਿਆਨ ਦਾ ਜ਼ਿਕਰ ਹੈ, ਜਿੱਥੇ ਉਹ ਕਹਿੰਦੇ ਹਨ ਕਿ 1.27 ਕਰੋੜ ਵਿਦਿਆਰਥੀਆਂ ਨੇ ਭਰਤੀ ਲਈ ਅਰਜ਼ੀਆਂ ਦਿੱਤੀਆਂ ਹਨ, ਤਾਂ ਪ੍ਰੀਖਿਆ ਕਿਵੇਂ ਹੋ ਸਕਦੀ ਹੈ? ਪ੍ਰਸ਼ਨ ਚਿੰਨ੍ਹ। ਇਸ ਬਿਆਨ 'ਤੇ ਸਵਾਲ ਉਠਾਉਂਦੇ ਹੋਏ ਵਿਦਿਆਰਥੀਆਂ ਨੇ ਪੁੱਛਿਆ ਕਿ ਤੁਸੀਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਤੁਹਾਡੇ ਸ਼ਾਸਨ ਕਾਲ 'ਚ ਵੱਧ ਫਾਰਮ ਭਰੇ ਗਏ, ਭਾਵ ਕਿ ਤੁਹਾਡੀਆਂ ਨੀਤੀਆਂ ਦੇ ਕਾਰਨ ਬੇਰੁਜ਼ਗਾਰੀ ਵਧੀ ਹੈ ਡੰਡੀ। ਇੰਟਰਵਿਊ ਦੌਰਾਨ ਵਿਦਿਆਰਥੀ ਨੇ ਇੱਕ ਅਜਿਹੀ ਗੱਲ ਕਹਿ ਦਿੱਤੀ ਜੋ ਸਾਰੇ ਨੌਜਵਾਨਾਂ ਨੂੰ ਛੂਹ ਗਈ ਡੰਡੀ। ਉਸ ਵਿਦਿਆਰਥੀ ਨੇ ਕਿਹਾ ਕਿ ਪ੍ਰੀਖਿਆ ਦੀ ਤਿਆਰੀ ਦੇ ਦਿਨਾਂ 'ਚ ਕਦੀ ਅਜਿਹਾ ਵੀ ਹੋਇਆ ਜਦੋਂ ਘਰ 'ਚੋਂ ਪੈਸਾ ਸਮੇਂ 'ਤੇ ਨਹੀਂ ਆਉਂਦਾ ਸੀ ਤਾਂ ਅਸੀਂ ਲੋਕ ਗਰਮ ਪਾਣੀ ਪੀ ਕੇ ਸੌਂ ਜਾਂਦੇ ਸੀ ਡੰਡੀ। ਜੇਕਰ ਵਿਦਿਆਰਥੀ ਇੰਨੀਆਂ ਔਖੀਆਂ ਹਾਲਤਾਂ 'ਚ ਰਹਿ ਕੇ ਨੌਕਰੀ ਹਾਸਲ ਕਰਨ ਦੀ ਆਸ 'ਚ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ ਅਤੇ ਜਦੋਂ ਪ੍ਰੀਖਿਆ 'ਚ ਧਾਂਦਲੀ ਦੀ ਖਬਰ ਮਿਲਦੀ ਹੈ ਤਾਂ ਵਿਦਿਆਰਥੀ ਕੀ ਕਰਨ? ਪ੍ਰਸ਼ਨ ਚਿੰਨ੍ਹ। ਕਿਵੇਂ ਆਪਣੇ ਗੁੱਸੇ ਨੂੰ ਰੋਕਣ? ਪ੍ਰਸ਼ਨ ਚਿੰਨ੍ਹ। ਸਰਕਾਰ ਨੂੰ ਕਿਉਂ ਨਾ ਕੋਸਣ? ਪ੍ਰਸ਼ਨ ਚਿੰਨ੍ਹ। ਵਿਦਿਆਰਥੀਆਂ ਦੇ ਹਿੰਸਕ ਹੋਣ ਦੇ ਸਵਾਲ 'ਤੇ ਵਿਦਿਆਰਥੀਆਂ ਨੇ ਇਹ ਦੱਸਿਆ ਕਿ 14 ਜਨਵਰੀ ਨੂੰ ਆਏ ਨਤੀਜੇ ਦਾ 10 ਦਿਨਾਂ ਤੱਕ ਵੱਖ-ਵੱਖ ਡਿਜੀਟਲ ਮਾਧਿਅਮਾਂ ਰਾਹੀਂ ਲਗਭਗ 1 ਕਰੋੜ ਵਾਰ ਵਿਰੋਧ ਕੀਤਾ ਗਿਆ ਡੰਡੀ। ਜਦੋਂ ਸਰਕਾਰ ਕੋਲ ਕੋਈ ਜਵਾਬ ਨਹੀਂ ਬਚਿਆ ਤਾਂ ਡਿਜੀਟਲ ਵਿਰੋਧ ਦੇ ਹੈਸ਼ਟੈਗ ਨੂੰ ਬੈਨ ਕਰ ਦਿੱਤਾ ਗਿਆ ਡੰਡੀ। ਇਸ ਦੇ ਬਾਅਦ ਵਿਦਿਆਰਥੀ ਸੜਕਾਂ 'ਤੇ ਉਤਰੇ ਅਤੇ ਨਿਹੱਥੇ ਵਿਦਿਆਰਥੀਆਂ 'ਤੇ ਸਰਕਾਰੀ ਤੰਤਰ ਨੇ ਡਾਂਗਾਂ ਭਰਾਈਆਂ ਡੰਡੀ। ਕਿਸਾਨ ਅੰਦੋਲਨ ਦੇ ਬਾਅਦ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਵਿਦਿਆਰਥੀਆਂ ਦੀ ਮੰਗ ਨੂੰ ਦੇਖਦੇ ਹੋਏ ਉਹਨਾਂ ਦੇ ਪ੍ਰਤੀਨਿਧੀ ਨਾਲ ਗੱਲ ਕਰਕੇ ਕੋਈ ਹੱਲ ਜ਼ਰੂਰ ਕੱਢਿਆ ਜਾਂਦਾ ਡੰਡੀ। ਜੇਕਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲਣ ਦੀ ਆਸ ਨਹੀਂ ਹੋਵੇਗੀ ਤਾਂ ਹਾਰ ਕੇ ਉਹਨਾਂ ਨੂੰ ਨਿੱਜੀ ਖੇਤਰ 'ਚ ਜਾਣਾ ਪਵੇਗਾ ਅਤੇ ਨਿੱਜੀ ਖੇਤਰ ਦੀ ਮਨਮਾਨੀ ਦਾ ਸਾਹਮਣਾ ਕਰਨਾ ਪਵੇਗਾ ਡੰਡੀ। ਵਰਣਨਯੋਗ ਹੈ ਕਿ ਦੱਖਣੀ ਏਸ਼ੀਆ ਦੇ ਦੇਸ਼ਾਂ 'ਚ ਗੈਰ ਰਸਮੀ ਰੁਜ਼ਗਾਰ ਦੇ ਮਾਮਲੇ 'ਚ ਭਾਰਤ ਸਭ ਤੋਂ ਉੱਪਰ ਹੈ। ਜਿਸ ਦਾ ਭਾਵ ਇਹ ਹੋਇਆ ਕਿ ਸਾਡੇ ਦੇਸ਼ 'ਚ ਕਰੋੜਾਂ ਮਜ਼ਦੂਰ ਘੱਟ ਮਜ਼ਦੂਰੀ ਅਤੇ ਬੇਹੱਦ ਔਖੀਆਂ ਹਾਲਤਾਂ 'ਚ ਕੰਮ ਕਰਨ ਲਈ ਮਜਬੂਰ ਹਨ ਡੰਡੀ। ਇਹਨਾਂ ਨੂੰ ਨੌਕਰੀ ਦੇਣ ਵਾਲੇ ਜਦੋਂ ਚਾਹੁਣ ਰੱਖਣ, ਜਦੋਂ ਚਾਹੁਣ ਕੱਢ ਦੇਣ, ਕਿਉਂਕਿ ਇਹਨਾਂ ਦਾ ਟਰੇਡ ਯੂਨੀਅਨ 'ਚ ਕੋਈ ਵੀ ਪ੍ਰਤੀਨਿਧਤਾ ਨਹੀਂ ਹੁੰਦੀ ਡੰਡੀ। ਕੌਮਾਂਤਰੀ ਕਿਰਤ ਸੰਗਠਨ ILO ਅਨੁਸਾਰ ਭਾਰਤ 'ਚ 53.5 ਕਰੋੜ ਮਜ਼ਦੂਰਾਂ 'ਚੋਂ 39.8 ਕਰੋੜ ਮਜ਼ਦੂਰ ਬੜੀ ਤਰਸਯੋਗ ਹਾਲਤ 'ਚ ਕੰਮ ਕਰਦੇ ਹਨ, ਜਿਨ੍ਹਾਂ ਦੀ ਰੋਜ਼ਾਨਾ ਆਮਦਨ 200 ਰੁਪਏ ਤੋਂ ਵੀ ਘੱਟ ਹੁੰਦੀ ਹੈ ਡੰਡੀ। ਇਸ ਲਈ ਮੋਦੀ ਸਰਕਾਰ ਦੇ ਸਾਹਮਣੇ ਦੋ ਵੱਡੀਆਂ ਚੁਣੌਤੀਆਂ ਹਨ ਡੰਡੀ। ਪਹਿਲੀ, ਸ਼ਹਿਰਾਂ 'ਚੋਂ ਰੁਜ਼ਗਾਰ ਦੇ ਮੌਕੇ ਕਿਵੇਂ ਵਧਾਏ ਜਾਣ? ਪ੍ਰਸ਼ਨ ਚਿੰਨ੍ਹ। ਕਿਉਂਕਿ ਪਿਛਲੇ 7 ਸਾਲਾਂ 'ਚ ਬੇਰੁਜ਼ਗਾਰੀ
ਬੇਰੁਜ਼ਗਾਰੀ ਦਾ ਫਸੀਦੀ ਲਗਾਤਾਰ ਵੱਧਦਾ ਗਿਆ ਹੈ। ਡੰਡੀ। ਦੂਸਰੀ, ਸ਼ਹਿਰੀ ਮਜ਼ਦੂਰਾਂ ਦੀ ਆਮਦਨ ਕਿਵੇਂ ਵਧੇ ਜਿਸ ਨਾਲ ਉਹਨਾਂ ਨੂੰ ਗੈਰ ਮਨੁੱਖੀ ਹਾਲਤ 'ਚੋਂ ਬਾਹਰ ਕੱਢਿਆ ਜਾ ਸਕੇ। ਡੰਡੀ। ਇਸ ਦੇ ਲਈ 3 ਕੰਮ ਕਰਨੇ ਹੋਣਗੇ। ਡੰਡੀ। ਭਾਰਤ 'ਚ ਸ਼ਹਿਰੀਕਰਨ ਦਾ ਵਿਸਤਾਰ ਦੇਖਦੇ ਹੋਏ ਸ਼ਹਿਰੀ ਰੁਜ਼ਗਾਰ ਵਧਾਉਣ ਲਈ ਸਥਾਨਕ ਸਰਕਾਰਾਂ ਦੇ ਨਾਲ ਤਾਲਮੇਲ ਕਰਕੇ ਨੀਤੀਆਂ ਬਣਾਉਣੀਆਂ ਹੋਣਗੀਆਂ। ਡੰਡੀ। ਇਸ ਨਾਲ ਗੰਦੀਆਂ ਬਸਤੀਆਂ ਦੀ ਸਿਰਜਣਾ ਹੁੰਦੀ ਹੈ, ਉਸ ਨੂੰ ਰੋਕਿਆ ਜਾ ਸਕੇਗਾ। ਡੰਡੀ। ਇਸ ਦੇ ਲਈ ਸਥਾਨਕ ਸ਼ਾਸਨ ਨੂੰ ਵੱਧ ਸਰੋਤ ਦੇਣੇ ਹੋਣਗੇ। ਡੰਡੀ। ਦੂਜਾ, ਸਥਾਨਕ ਪੱਧਰ 'ਤੇ ਰੁਜ਼ਗਾਰ ਸਿਰਜਣ ਵਾਲੀਆਂ ਵਿਕਾਸ ਪੱਖੀ ਨੀਤੀਆਂ ਲਾਗੂ ਕਰਨੀਆਂ ਹੋਣਗੀਆਂ। ਡੰਡੀ। ਤੀਸਰਾ, ਸ਼ਹਿਰੀ ਮੁੱਢਲੇ ਢਾਂਚੇ 'ਤੇ ਧਿਆਨ ਦੇਣਾ ਹੋਵੇਗਾ ਜਿਸ ਨਾਲ ਸਥਾਨਕ ਅਰਥ ਵਿਵਸਥਾ ਵੀ ਸੁਧਰੇ। ਡੰਡੀ ਪਾਰਾ। ਇਸ ਦੇ ਇਲਾਵਾ ਚੌਥਾ ਦੇਖਿਆ ਇਹ ਗਿਆ ਹੈ ਕਿ ਵਿਕਾਸ ਲਈ ਅਲਾਟ ਕੀਤੇ ਧਨ ਦਾ ਲਾਭ ਸ਼ਹਿਰੀ ਮਜ਼ਦੂਰਾਂ ਤੱਕ ਕਦੇ ਨਹੀਂ ਪਹੁੰਚਦਾ ਅਤੇ ਉੱਪਰ ਦੇ ਲੋਕਾਂ 'ਚ ਅਟਕ ਕੇ ਰਹਿ ਜਾਂਦਾ ਹੈ। ਡੰਡੀ। ਇਸ ਲਈ ਨਗਰਪਾਲਿਕਾਵਾਂ 'ਚ ਵਿਕਾਸ ਦੇ ਨਾਂ 'ਤੇ ਖਰੀਦੀਆਂ ਜਾ ਰਹੀਆਂ ਭਾਰੀ ਮਸ਼ੀਨਾਂ ਦੀ ਥਾਂ ਜੇਕਰ ਮਨੁੱਖੀ ਕਿਰਤ ਅਧਿਕਾਰਤ ਸ਼ਹਿਰੀਕਰਨ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਸ਼ਹਿਰਾਂ 'ਚ ਰੁਜ਼ਗਾਰ ਵਧੇਗਾ। ਡੰਡੀ। ਪੰਜਵਾਂ, ਸ਼ਹਿਰੀ ਰੁਜ਼ਗਾਰ ਯੋਜਨਾਵਾਂ ਨੂੰ ਸਿਹਤ ਅਤੇ ਸਫਾਈ ਵਰਗੇ ਖੇਤਰ 'ਚ ਤੇਜ਼ੀ ਨਾਲ ਵਿਕਾਸ ਕਰਕੇ ਵਧਾਇਆ ਜਾ ਸਕਦਾ ਹੈ। ਡੰਡੀ। ਮੌਜੂਦਾ ਹਾਲਾਤ 'ਚ ਇਹ ਸੋਚਣਾ ਕਿ ਪੜ੍ਹੇ ਲਿਖੇ ਨੌਜਵਾਨਾਂ ਲਈ ਇੱਕ ਅਜਿਹੀ ਯੋਜਨਾ ਲਿਆਉਣੀ ਪਵੇਗੀ ਜਿਸ ਨਾਲ ਉਹਨਾਂ ਨੂੰ ਵੀ ਰੁਜ਼ਗਾਰ ਮਿਲ ਜਾਵੇ, ਪਰ ਅਜਿਹਾ ਕਰਨ ਨਾਲ ਕਰੋੜਾਂ ਬੇਰੁਜ਼ਗਾਰਾਂ ਦਾ ਇੱਕ ਛੋਟਾ ਜਿਹਾ ਅੰਸ਼ ਹੀ ਸੰਭਲ ਸਕੇਗਾ, ਜਦਕਿ ਬੇਰੁਜ਼ਗਾਰਾਂ 'ਚ ਵੱਧ ਗਿਣਤੀ ਉਹਨਾਂ ਨੌਜਵਾਨਾਂ ਦੀ ਹੈ ਜੋ ਅੱਜ ਦੇਸ਼ 'ਚ ਵੱਡੀਆਂ ਡਿਗਰੀਆਂ ਲੈ ਕੇ ਵੀ ਬੇਰੁਜ਼ਗਾਰ ਹਨ। ਡੰਡੀ। ਉਹਨਾਂ ਦਾ ਗੁੱਸਾ ਇੰਨਾ ਵੱਧ ਚੁੱਕਾ ਹੈ ਅਤੇ ਸਰਕਾਰੀ ਤੰਤਰ ਵੱਲੋਂ ਨੌਕਰੀ ਦੀ ਬਜਾਏ ਡਾਂਗਾਂ ਨੇ ਅੱਗ 'ਚ ਘਿਓ ਦਾ ਕੰਮ ਕੀਤਾ ਹੈ। ਡੰਡੀ। ਮੋਦੀ ਜੀ ਨੇ 2014 ਦੀ ਆਪਣੀ ਚੋਣ ਮੁਹਿੰਮ ਦੌਰਾਨ ਹਰ ਸਾਲ 2 ਕਰੋੜ ਨਵੇਂ ਰੁਜ਼ਗਾਰ ਸਿਰਜਣ ਦਾ ਆਪਣਾ ਵਾਅਦਾ ਜੇਕਰ ਨਿਭਾਇਆ ਹੁੰਦਾ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ। ਡੰਡੀ। ਸਟਾਰਟ। ਕੋਵਿਡ ਮਹਾਮਾਰੀ ਦੇ ਕਾਰਨ ਅਰਥ ਵਿਵਸਥਾ 'ਤੇ 2 ਸਾਲਾਂ ਦੀ ਨਾਪੱਖੀ ਅਤੇ ਭੈੜੀ ਦਸ਼ਾ ਨੂੰ ਦੇਖਦੇ ਹੋਏ ਅਤੇ ਦੇਸ਼ ਵਾਸੀਆਂ ਦੀ ਜੀਵਨ ਸ਼ੈਲੀ ਦੇ ਡਿੱਗਦੇ ਪੱਧਰ ਦੇ ਕਾਰਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਸਾਹਮਣੇ 2022-23 ਲਈ ਬਜਟ ਨੂੰ ਪੇਸ਼ ਕਰਨਾ ਇੱਕ ਵੱਡੀ ਚੁਣੌਤੀ ਹੈ। ਡੰਡੀ। ਅਮੀਰ ਹੋਰ ਅਮੀਰ ਅਤੇ ਗਰੀਬ ਹੋਰ ਗਰੀਬ। PU ਰਿਸਰਚ ਸੈਂਟਰ, ਪ੍ਰੇਮ ਜੀ ਯੂਨੀਵਰਸਿਟੀ ਸੈਂਟਰ ਫਾਰ ਸਸਟੇਨੇਬਲ ਇੰਪਲਾਇਮੈਂਟ ਅਤੇ ਹੋਰ ਸਰਵੇ ਦਰਸਾਉਂਦੇ ਹਨ ਕਿ ਗਰੀਬ ਅਤੇ ਦਰਮਿਆਨੇ ਵਰਗ ਦੀ ਆਮਦਨ ਭੈੜੀ ਤੋਂ ਭੈੜੀ ਹੋ ਗਈ ਹੈ। ਡੰਡੀ। ਗਰੀਬ ਲੋਕਾਂ ਦੇ ਵਰਗ 'ਚ ਹੋਰ ਵਾਧਾ ਪਰਿਵਾਰ ਸ਼ਾਮਿਲ ਹੋ ਗਏ ਹਨ। ਡੰਡੀ। ਪਿਛਲੇ 10 ਸਾਲਾਂ ਦੌਰਾਨ ਗਰੀਬ ਲੋਕਾਂ ਦੀ ਗਿਣਤੀ 'ਚ ਕਮੀ ਆਈ ਸੀ। ਡੰਡੀ। 2011 'ਚ ਇਹ ਗਿਣਤੀ 300
340 ਬਿਲੀਅਨ ਦੀ ਸੀ ਜੋ 2019 'ਚ ਡਿੱਗ ਕੇ 78 ਮਿਲੀਅਨ ਰਹਿ ਗਈ। ਪਰ ਕੋਵਿਡ-19 ਦੇ 2 ਸਾਲਾਂ ਦੌਰਾਨ ਮੌਜੂਦਾ ਗਿਣਤੀ 'ਚ 134 ਮਿਲੀਅਨ ਗਰੀਬ ਹੋਰ ਜੁੜ ਗਏ ਹਨ ਅਤੇ ਇਹ ਗਿਣਤੀ ਹੁਣ 212 ਮਿਲੀਅਨ ਹੋ ਚੁੱਕੀ ਹੈ। ਡੰਡੀ ਇਸ ਦੀ ਤੁਲਨਾ 'ਚ ਅਮੀਰ ਹੋਰ ਅਮੀਰ ਹੋ ਗਿਆ ਹੈ। ਡੰਡੀ ਇਸ ਗੱਲ ਦੀ ਚਿੰਤਾ ਕੇਂਦਰ ਨੂੰ ਸਤਾ ਰਹੀ ਹੈ। ਡੰਡੀ ਅੰਕੜੇ ਦਰਸਾਉਂਦੇ ਹਨ ਕਿ 2020 'ਚ ਭਾਰਤ 'ਚ 102 ਅਰਬਪਤੀ ਸਨ ਜਿਨ੍ਹਾਂ ਦੀ ਗਿਣਤੀ ਹੁਣ 142 ਹੋ ਚੁੱਕੀ ਹੈ। ਡੰਡੀ ਅਡਾਨੀ ਦੀ ਜਾਇਦਾਦ 'ਚ 8 ਗੁਣਾ ਅਤੇ ਅੰਬਾਨੀ ਦੀ ਜਾਇਦਾਦ 'ਚ 2 ਗੁਣਾ ਵਾਧਾ ਹੋਇਆ ਹੈ। ਡੰਡੀ ਸੈਂਟਰ ਫਾਰ ਮੋਨੀਟਰੀ ਇੰਡੀਅਨ ਇਕਾਨਮੀ CMIC ਦਰਸਾਉਂਦਾ ਹੈ ਕਿ 2021 'ਚ ਬੇਰੁਜ਼ਗਾਰੀ ਦੀ ਦਰ 6.5% ਤੋਂ ਵੱਧ ਕੇ 8% ਅਤੇ ਦਿਹਾਤੀ ਬੇਰੁਜ਼ਗਾਰੀ ਦੀ ਦਰ 9.3% ਹੋ ਗਈ। ਡੰਡੀ ਦੇਸ਼ 'ਚ ਨਵੇਂ ਰੁਜ਼ਗਾਰਾਂ ਦੀ ਸਿਰਜਣਾ ਲਈ ਇੱਕ ਖਾਸ ਪੈਕੇਜ ਦੀ ਲੋੜ ਹੈ। ਡੰਡੀ NDA ਸਰਕਾਰ ਨੇ ਮਨਰੇਗਾ ਦੀ ਮਹੱਤਤਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਪਰ ਬਾਅਦ 'ਚ ਕੁਝ ਗਲਤੀਆਂ ਹੋ ਗਈਆਂ ਅਤੇ ਹੁਣ ਪਿੰਡ ਵਾਸੀਆਂ ਲਈ ਇਹ ਇੱਕ ਆਖਰੀ ਆਸ ਦੀ ਕਿਰਨ ਹੈ ਜੋ ਆਪਣੀ ਜ਼ਿੰਦਗੀ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਡੰਡੀ ਬਜਟ 'ਚ ਅਜਿਹੇ ਲੋਕਾਂ ਨੂੰ ਪਹਿਲ ਦੀ ਸੂਚੀ 'ਚ ਲਿਆਉਣਾ ਚਾਹੀਦਾ ਹੈ। ਡੰਡੀ ਅਰਥ ਵਿਵਸਥਾ ਦੀ ਮਹਾਮਾਰੀ ਦੀ ਮਾਰ ਮਹਾਮਾਰੀ ਨੇ ਇੱਥੋਂ ਤੱਕ ਕਿ ਵਿਕਸਿਤ ਦੇਸ਼ਾਂ ਦੀ ਅਰਥ ਵਿਵਸਥਾ ਨੂੰ ਵੀ ਢਹਿ ਢੇਰੀ ਕਰ ਦਿੱਤਾ। ਡੰਡੀ ਭਾਰਤ ਵੀ ਇਸ ਦੀ ਲਪੇਟ ਤੋਂ ਬਾਹਰ ਨਹੀਂ। ਡੰਡੀ ਇਹ ਇੱਕ ਸਥਾਪਿਤ ਤੱਥ ਹੈ ਕਿ ਭਾਰਤ 'ਚ ਸਿਹਤ ਦੇਖਭਾਲ ਨੂੰ ਕਦੇ ਵੀ ਉੱਚ ਪਹਿਲ ਨਹੀਂ ਦਿੱਤੀ ਗਈ ਜਿਸ ਦੇ ਕਾਰਨ ਲੱਖਾਂ ਭੋਲੇ ਭਾਲੇ ਲੋਕਾਂ ਦੀ ਜਾਨ ਨੂੰ ਬਚਾਉਣ ਲਈ ਅਸੀਂ ਅਸਫਲ ਰਹੇ। ਡੰਡੀ ਅਜਿਹੇ ਲੋਕਾਂ ਨੂੰ ਸਹੀ ਇਲਾਜ ਅਤੇ ਸਹੂਲਤਾਂ ਨਹੀਂ ਮਿਲ ਸਕੀਆਂ। ਡੰਡੀ ਭਾਰਤ 'ਚ ਸਰੋਤਾਂ ਦੇ ਸੁੱਕਣ ਨਾਲ ਵਿੱਤ ਮੰਤਰੀ ਦੇ ਸਾਹਮਣੇ ਚੁਣੌਤੀ ਹੈ। ਡੰਡੀ ਸਮਾਜ ਦਾ ਹਰੇਕ ਵਰਗ ਮਦਦ ਦੀ ਆਸ ਲਾਈ ਬੈਠਾ ਹੈ। ਡੰਡੀ ਅਰਥ ਵਿਵਸਥਾ ਦੀ ਹਾਲਤ ਨੂੰ ਸੁਧਰਨ ਅਤੇ ਇਸ 'ਚ ਤੇਜ਼ੀ ਨਾਲ ਵਾਧਾ ਲਿਆਏ ਜਾਣ ਦੀ ਬੜੀ ਆਸ ਹੈ। ਡੰਡੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਸਾਹਮਣੇ ਚੁਣੌਤੀਆਂ ਦਾ ਢੇਰ ਹੈ। ਡੰਡੀ ਅਬਜ਼ਰਵਰਾਂ ਦਾ ਮੰਨਣਾ ਹੈ ਕਿ ਅਮੀਰ ਲੋਕਾਂ 'ਤੇ ਸਖਤ ਟੈਕਸ ਥੋਪੇ ਜਾਣੇ ਚਾਹੀਦੇ ਹਨ ਤਾਂ ਕਿ ਵੱਧ ਤੋਂ ਵੱਧ ਸਰੋਤਾਂ ਨੂੰ ਪਾਇਆ ਜਾ ਸਕੇ। ਡੰਡੀ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਪੱਕੀ ਤਨਖਾਹ ਹੁੰਦੀ ਹੈ। ਡੰਡੀ ਉਹ ਵੀ ਨਵੇਂ ਟੈਕਸ ਵਿਵਸਥਾ ਦਾ ਸਵਾਗਤ ਕਰਨਗੇ। ਡੰਡੀ ਦੂਜੀ ਗੱਲ ਇਹ ਹੈ ਕਿ ਕੇਂਦਰ ਸਰਕਾਰ 'ਤੇ ਇਸ ਨਾਲ ਦਬਾਅ ਘੱਟ ਹੋਵੇਗਾ ਜੋ ਹੈਲਥ ਸੈਕਟਰ 'ਚ ਧਨ ਦੇ ਪ੍ਰਵਾਹ ਨੂੰ ਵਧਾਉਣਾ ਚਾਹੀਦਾ ਹੈ। ਡੰਡੀ ਗਰੀਬਾਂ ਲਈ ਮੁਫਤ ਰਾਸ਼ਨ ਸਕੀਮ ਦੇ ਨਾਲ ਨਾਲ ਦੇਸ਼ ਦੇ ਹਰੇਕ ਕਿਸਾਨ ਨੂੰ ਵੀ ਲਗਾਤਾਰ ਰਾਹਤ ਦੀ ਲੋੜ ਹੈ। ਡੰਡੀ ਭਰਾ ਮੋਦੀ ਸਰਕਾਰ ਦੇ ਮੇਕ ਇਨ ਇੰਡੀਆ ਦੇ ਯਤਨ 'ਚ ਸਥਿਰਤਾ ਲਿਆਉਣੀ ਹੋਵੇਗੀ। ਡੰਡੀ ਸਰਕਾਰ ਨੇ ਹਰੇਕ ਸੈਕਟਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਡੰਡੀ ਸਰਕਾਰ ਦੇ ਸੀਮਤ ਸੋਮਿਆਂ ਨੂੰ ਧਿਆਨ 'ਚ ਰੱਖਦੇ ਹੋਏ ਵੱਡੇ ਮੈਨੂਫੈਕਚਰਿੰਗ ਸੈਕਟਰ 'ਤੇ ਟੀਚਾ ਕੇਂਦਰਿਤ ਕਰਨਾ ਹੋਵੇਗਾ। ਡੰਡੀ ਖਾਸ ਤੌਰ 'ਤੇ ਉਹਨਾਂ ਸੈਕਟਰਾਂ
ਸੈਕਟਰਾਂ ਤੇ ਜੋ ਸਾਡੇ ਨਾਗਰਿਕਾਂ ਲਈ ਬੇਹੱਦ ਮਹੱਤਵਪੂਰਨ ਹਨ। ਡੰਡੀ ਗੈਰ ਰਸਮੀ ਸੈਕਟਰ ਲਈ ਵੀ ਜ਼ਰੂਰੀ ਸਮਰਥਨ ਦੀ ਲੋੜ ਹੈ। ਡੰਡੀ ਨਿੱਜੀ ਖਪਤ ਨੂੰ ਵਧਾਉਣ 'ਚ ਮਦਦ ਮਿਲੇਗੀ। ਡੰਡੀ ਸੂਖਮ ਲਘੂ ਅਤੇ ਦਰਮਿਆਨੇ ਉਦਮ MSMEs ਅਰਥ ਵਿਵਸਥਾ ਨੂੰ ਵਧਾਉਣ ਵਾਲੇ ਇੰਜਣ ਹਨ, ਪਰ ਇਹ ਸਭ ਮਹਾਂਮਾਰੀ ਦੇ ਕਾਰਨ ਪ੍ਰਭਾਵਿਤ ਹੋਏ ਹਨ। ਡੰਡੀ ਇਹਨਾਂ 'ਚ ਹੋਰ ਪੂੰਜੀ ਅਤੇ ਕਰਜ਼ੇ ਦੇਣ ਦੀ ਲੋੜ ਪਵੇਗੀ। ਡੰਡੀ ਅਜਿਹੀ ਆਸ ਕੀਤੀ ਜਾਂਦੀ ਹੈ ਕਿ ਸਰਕਾਰ MSMEs ਲਈ ਕ੍ਰੈਡਿਟ ਗਰੰਟੀ ਸਕੀਮ ਨੂੰ ਵਧਾਉਣਾ ਚਾਹੇਗੀ। ਡੰਡੀ ਸਿੱਖਿਆ ਖੇਤਰ ਵੀ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਡੰਡੀ ਵਿੱਤ ਮੰਤਰੀ ਨੇ 2020-21 'ਚ ਸਿੱਖਿਆ ਦੇ ਖੇਤਰ ਲਈ 99,311 ਕਰੋੜ ਰੁਪਏ ਰੱਖੇ ਸਨ, ਜਿਸ ਨੂੰ ਘੱਟ ਕਰਕੇ 2021-22 ਦੇ ਬਜਟ 'ਚ 93,223 ਕਰੋੜ ਕਰ ਦਿੱਤਾ ਗਿਆ। ਡੰਡੀ ਆਨਲਾਈਨ ਕਲਾਸਾਂ ਨੇ ਗਰੀਬ ਵਿਦਿਆਰਥੀਆਂ ਖਾਸ ਕਰਕੇ ਪੇਂਡੂ ਇਲਾਕਿਆਂ 'ਚ ਫਰਕ ਵਧਾ ਦਿੱਤਾ ਹੈ। ਡੰਡੀ ਦਿਹਾਤੀ ਵਿਦਿਆਰਥੀਆਂ ਕੋਲ ਆਨਲਾਈਨ ਸਿੱਖਿਆ ਲਈ ਕੋਈ ਸਾਧਨ ਨਹੀਂ ਹੈ। ਡੰਡੀ ਇਸ ਨੂੰ ਇਸ ਵਾਰ ਦੇ ਬਜਟ 'ਚ ਸੁਧਾਰਨ ਦੀ ਲੋੜ ਹੈ। ਡੰਡੀ ਜੇਕਰ ਇਸ 'ਤੇ ਧਿਆਨ ਨਾ ਦਿੱਤਾ ਗਿਆ ਤਾਂ ਦਿਹਾਤੀ ਨੌਜਵਾਨ ਪੀੜ੍ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਡੰਡੀ ਵਿੱਤੀ ਘਾਟੇ 'ਤੇ ਰੋਕ ਲਗਾਉਣ ਦੀ ਲੋੜ ਹੈ, ਜੋ 2020-21 'ਚ 3.5% ਤੋਂ ਵੱਧ ਕੇ 7% ਹੋ ਗਿਆ। ਡੰਡੀ ਪੈਰਾ ਭਾਰਤ 'ਚ ਹੈਲਥ ਕੇਅਰ ਸਿਸਟਮ ਨੂੰ ਮਜ਼ਬੂਤ ਕਰਨ 'ਚ ਸਰਕਾਰਾਂ ਰਹੀਆਂ ਅਸਫਲ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਮਹਾਂਮਾਰੀ ਨੇ ਵਿਸ਼ਵ ਦੇ ਸਾਰੇ ਰਾਸ਼ਟਰਾਂ ਨੂੰ ਇੱਕ ਸਬਕ ਸਿਖਾਇਆ ਹੈ, ਜਿਸ 'ਚ ਭਾਰਤ ਵੀ ਸ਼ਾਮਲ ਹੈ। ਡੰਡੀ ਆਉਣ ਵਾਲੇ ਸਮੇਂ 'ਚ ਹੈਲਥ ਕੇਅਰ ਸਿਸਟਮ ਨੂੰ ਖਾਸ ਪਹਿਲ ਦੇਣੀ ਹੋਵੇਗੀ। ਡੰਡੀ ਸਾਡੀ ਸਿਹਤ ਵਿਵਸਥਾ ਕੋਵਿਡ-19 ਦੇ ਦੌਰਾਨ ਡਾਵਾਂਡੋਲ ਹੋ ਕੇ ਰਹਿ ਗਈ, ਜਿਸ ਦੇ ਕਾਰਨ ਸਮੇਂ ਤੋਂ ਪਹਿਲਾਂ ਕਈ ਕੀਮਤੀ ਜਾਨਾਂ ਚਲੀਆਂ ਗਈਆਂ। ਡੰਡੀ ਅਜਿਹੀਆਂ ਮੌਤਾਂ ਟਾਲੀਆਂ ਜਾ ਸਕਦੀਆਂ ਸਨ। ਡੰਡੀ ਅੰਕੜੇ ਦਰਸਾਉਂਦੇ ਹਨ ਕਿ ਭਾਰਤ 'ਚ ਸ਼ਾਇਦ ਹੀ ਸਿਹਤ ਲਈ ਕੋਈ ਧਨ ਦੀ ਅਲਾਟਮੈਂਟ ਨੂੰ ਪਹਿਲ ਦੇ ਤੌਰ 'ਤੇ ਕੀਤਾ ਗਿਆ। ਡੰਡੀ ਸਿਹਤ ਖੇਤਰ ਲਈ ਅਲਾਟ ਡਾਟਾ 2016-17 'ਚ 37,061.55 ਕਰੋੜ, 2017-18 47,352.51 ਕਰੋੜ, 2018-19 52,000 ਕਰੋੜ ਅਤੇ 2019-20 'ਚ 61,398.12 ਕਰੋੜ। ਡੰਡੀ ਇਸ ਦੀ ਤੁਲਨਾ 'ਚ ਮਨਮੋਹਨ ਸਿੰਘ ਸਰਕਾਰ ਦੇ 2009-10 ਦੇ ਵਿੱਤੀ ਸਾਲ 'ਚ ਹੈਲਥ ਸੈਕਟਰ ਲਈ ਧਨ ਦੀ ਅਲਾਟਮੈਂਟ 21.113 ਕਰੋੜ ਰੁਪਏ ਸੀ, ਜੋ 2010-11 ਦੇ ਬਜਟ 'ਚ 23.530 ਕਰੋੜ ਹੋ ਗਈ। ਡੰਡੀ 2011-12 ਦੇ ਬਜਟ 'ਚ ਇਹ ਧਨ ਦੀ ਅਲਾਟਮੈਂਟ 26,897 ਕਰੋੜ ਅਤੇ 2012-13 'ਚ 30,702 ਕਰੋੜ ਰੁਪਏ ਹੋ ਗਈ। ਡੰਡੀ ਹੁਣ ਸਾਰਿਆਂ ਦੀਆਂ ਨਜ਼ਰਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਉੱਪਰ ਲੱਗੀਆਂ ਹਨ, ਜੋ ਹਰੇਕ ਸੈਕਟਰ ਨੂੰ ਖੁਸ਼ ਕਰਨਾ ਚਾਹੇਗੀ। ਡੰਡੀ ਆਪਣੀ ਜ਼ਿੰਦਗੀ ਬਚਾਉਣ ਲਈ ਆਮ ਆਦਮੀ ਹੋਰ ਵੱਧ ਦੀ ਆਸ ਲਾਈ ਬੈਠਾ ਹੈ। ਡੰਡੀ